BA ਭਾਗ ਦੂਜਾ ਪੰਜਾਬੀ ਆਨਰਸ। ਇਹਦੇ ਵਿੱਚ ਸਾਡਾ ਅਗਲਾ ਚੈਪਟਰ ਹੈ ਸੱਭਿਆਚਾਰ ਦੀ ਪਰਿਭਾਸ਼ਾ ਅਤੇ ਵਿਸ਼ੇਸ਼ਤਾਵਾਂ। ਇਸ ਲੈਕਚਰ ਦੇ ਵਿੱਚ ਅਸੀਂ ਸੱਭਿਆਚਾਰ ਦੀ ਪਰਿਭਾਸ਼ਾ ਦੇ ਉੱਤੇ ਡਿਸਕਸ਼ਨ ਕਰਾਂਗੇ ਕਿ ਸੱਭਿਆਚਾਰ ਦੀ ਪਰਿਭਾਸ਼ਾ ਕੀ ਹੈ, ਇਹਦਾ ਪਿਛੋਕੜ, ਇਹਦੀ ਭੂਮਿਕਾ। ਸੱਭਿਆਚਾਰ ਦੀ ਪਰਿਭਾਸ਼ਾ ਅਸੀਂ ਬਾਅਦ ਦੇ ਵਿੱਚ ਕਰਦੇ ਹਾਂ, ਪਹਿਲਾਂ ਇਹਦੀ ਭੂਮਿਕਾ ਜਿਹੜੀ ਇੰਟਰੋ ਦੇਣੀ ਉਹ ਜ਼ਰੂਰੀ ਹੈ। ਜਿਵੇਂ ਜਿਵੇਂ ਲਿਖਿਆ ਤਿਵੇਂ ਤਿਵੇਂ ਪੜਾਂਗੇ ਤੇ ਡਿਸਕਸ ਕਰਾਂਗੇ। ਇਹ ਜਿਹੜੇ ਬੇਟੇ ਅਸੀਂ ਨੋਟਸ ਫੋਲੋ ਕਰ ਰਹੇ ਹਾਂ, ਇਹ ਨੋਟਸ ਥੋੜੇ ਮੈਚਿਓਰ ਨੇ। ਇਹ ਹੈਗੇ ਨੇ ਆਪਣੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜਿਹੜੇ CC ਡਿਪਾਰਟਮੈਂਟ ਦੇ ਨੋਟਸ ਨੇ, ਉਹਨਾਂ ਨੂੰ ਅਸੀਂ ਫੋਲੋ ਕਰਾਂਗੇ। ਇਹਦੇ ਵਿੱਚ ਇੰਟਰੋਡਕਸ਼ਨ ਦੇ ਵਿੱਚ ਕਹਿੰਦੇ ਆ ਕਿ ਭਾਵੇਂ ਵਰਤਾਰੇ ਦੇ ਤੌਰ ਤੇ ਸੱਭਿਆਚਾਰ ਮਨੁੱਖੀ ਸਮਾਜ 'ਚ ਇੰਨਾ ਹੀ ਪੁਰਾਣਾ ਹੈ, ਪਰ ਸੰਕਲਪ ਦੇ ਤੌਰ ਤੇ ਬਹੁਤਾ ਪੁਰਾਣਾ ਨਹੀਂ। ਵਰਤਾਰੇ ਦੇ ਤੌਰ ਤੇ ਮਤਲਬ ਕਿ ਸਾਨੂੰ ਵਿਵਹਾਰਕ ਪੱਧਰ ਤੇ ਮਨੁੱਖੀ ਬਿਹੇਵੀਅਰ ਦੇ ਵਿੱਚ ਕਿ ਇਹ ਸੱਭਿਆਚਾਰ ਤਾਂ ਉਨਾ ਹੀ ਪੁਰਾਣਾ ਹੈ ਜਿੰਨਾ ਮਨੁੱਖੀ ਸਮਾਜ ਪੁਰਾਣਾ ਹੈ। ਤਾਂ ਇਹਦਾ ਮਤਲਬ ਸਦੀਆਂ ਪੁਰਾਣਾ ਹੋ ਸਕਦਾ ਹੈ, ਪਰ ਜਿਹੜਾ ਸੰਕਲਪ ਹੈ, ਕੰਸੈਪਟ ਹੈ ਇਸਦਾ, ਜਦੋਂ ਅਸੀਂ ਇਹਨੂੰ ਸਟੱਡੀ ਕਰਨ ਲੱਗਦੇ ਹਾਂ ਕਿਸੇ ਵੀ ਵਿਸ਼ੇ ਉੱਤੇ, ਕਿਸੇ ਵੀ ਖੇਤਰ 'ਚ ਜਦੋਂ ਆਪਾਂ ਕੋਈ ਅਧਿਐਨ ਸ਼ੁਰੂ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਉਹਦਾ ਸੰਕਲਪ ਆਉਂਦਾ ਹੈ ਕਿ ਉਹ ਹੈ ਕੀ ਚੀਜ਼, ਉਸਨੂੰ ਅਸੀਂ ਪਰਿਭਾਸ਼ਿਤ ਕਰਦੇ ਹਾਂ। ਜਿਹੜਾ ਸੱਭਿਆਚਾਰ ਦਾ ਸੰਕਲਪ ਹੈ, ਕੰਸੈਪਟ ਹੈ, ਇਹ ਜ਼ਿਆਦਾ ਪੁਰਾਣਾ ਨਹੀਂ ਹੈ। ਸੱਭਿਆਚਾਰ ਭਾਵੇਂ ਬਹੁਤ ਜ਼ਿਆਦਾ ਪੁਰਾਣਾ ਹੈ, ਸਦੀਆਂ ਪੁਰਾਣਾ ਹੈ, ਪਰ ਇਹਦੀ ਜਿਹੜੀ ਸਟੱਡੀ ਹੈ, ਇਹਦਾ ਜਿਹੜਾ ਅਧਿਐਨ ਹੈ, ਉਹ ਜ਼ਿਆਦਾ ਪੁਰਾਣਾ ਨਹੀਂ ਹੈ। ਪੰਜਾਬੀ ਵਿੱਚ ਤੇ ਹੋਰ ਦੂਜੀਆਂ ਜਿਹੜੀਆਂ ਭਾਰਤੀ ਭਾਸ਼ਾਵਾਂ ਵਿੱਚ ਅਧਿਐਨ ਦੇ ਵਿਸ਼ੇ ਦੇ ਤੌਰ ਤੇ ਵੱਖਰੇ ਖੇਤਰ ਦੇ ਵਜੋਂ ਜਿਹੜਾ ਹੈ ਇਹ ਸੰਕਲਪ ਅਸੀਂ ਪੱਛਮ ਦੇ ਅਸਰ ਹੇਠ ਲਿਆ। ਪੱਛਮ ਦਾ ਅਸਰ ਕਿਵੇਂ? ਜਿਹੜੇ ਪੱਛਮੀ ਮੁਲਕ ਨੇ, ਵੈਸਟਰਨ ਜਿਹੜੇ ਕੰਟਰੀਜ਼ ਨੇ, ਉਹਨਾਂ ਤੋਂ ਅਸੀਂ ਇਹ ਜਿਹੜਾ ਹੈ ਕੰਸੈਪਟ ਲਿਆ। ਇਹਦਾ ਮਤਲਬ ਇਹ ਹੈ ਕਿ ਪੰਜਾਬੀ ਸੱਭਿਆਚਾਰ ਅਸੀਂ ਸਟੱਡੀ ਅੱਜ ਕਰ ਰਹੇ ਹਾਂ, ਆਪਣੇ ਸਿਲੇਬਸ ਦੇ ਵਿੱਚ ਵੀ ਲੱਗਿਆ ਹੋਇਆ ਹੈ, ਪਰ ਇਹਦੀ ਸਟੱਡੀ ਸਾਡੇ ਤੋਂ ਪਹਿਲਾਂ ਪੱਛਮੀ ਮੁਲਕ ਕਰ ਰਹੇ ਸੀ। ਪੱਛਮੀ ਮੁਲਕਾਂ ਦੇ ਵਿੱਚ ਸੱਭਿਆਚਾਰ ਦੀ ਸਟੱਡੀ ਹੋ ਰਹੀ ਸੀ, ਸਾਡੇ ਨਹੀਂ ਸੀ ਹੋ ਰਹੀ। ਜਿਵੇਂ ਅਸੀਂ ਪੱਛਮੀ ਪ੍ਰਭਾਵ ਥੱਲੇ ਆਏ, ਅੰਗਰੇਜ਼ਾਂ ਦਾ ਦੇ ਆਉਣ ਕਰਕੇ ਇਹ ਪ੍ਰਭਾਵ ਜਿਹੜਾ ਸਾਡੇ ਕੋਲ ਆਇਆ, ਸਾਨੂੰ ਪਤਾ ਲੱਗਿਆ ਕਿ ਦੁਨੀਆ ਦੇ ਵਿੱਚ, ਹੋਰ ਦੁਨੀਆ ਦੇ ਮੁਲਕਾਂ ਦੇ ਵਿੱਚ ਕੀ ਹੋ ਰਿਹਾ ਹੈ। ਉਹ ਸੰਪਰਕ ਦੇ ਨਾਲ ਜਿਹੜਾ ਹੈ ਸਾਨੂੰ ਇਹਦੇ ਬਾਰੇ ਵੀ ਪਤਾ ਲੱਗਿਆ, ਜਿਸ ਕਰਕੇ ਇਹ ਅੱਜ ਕੱਲ੍ਹ ਦੀ ਹੀ ਗੱਲ ਲੱਗਦੀ ਹੈ ਵੀ ਇਹ ਬਹੁਤ ਨਵਾਂ ਕੰਸੈਪਟ ਹੈ। ਹੁਣੇ ਸ਼ੁਰੂ ਕਿਤੇ ਜਿਹੜਾ ਹੈ ਸੱਭਿਆਚਾਰ ਦੀ ਸਟੱਡੀ ਹੋਈ ਹੈ। ਪੱਛਮ ਵਿੱਚ ਵੀ ਲਗਭਗ ਉਹਨਾਂ ਅਰਥਾਂ ਵਿੱਚ ਜਿਹੜੇ ਅੱਜ ਇਸ ਤੋਂ ਲਏ ਜਾਂਦੇ ਨੇ, ਇਹ ਸ਼ਬਦ 19ਵੀਂ ਸਦੀ ਦੇ ਅਖੀਰ ਵਿੱਚ ਵਰਤਿਆ ਜਾਣ ਲੱਗਾ। ਹੁਣ ਦੇਖੋ ਕਿ 19ਵੀਂ ਸਦੀ ਦਾ ਅਖੀਰ, 1850 ਤੋਂ ਬਾਅਦ, 1870-80 ਤੋਂ ਬਾਅਦ ਉਹਦਾ ਜਿਹੜਾ ਅੰਤਲਾ ਦੌਰ ਹੈ, ਉਹਦੇ ਵਿੱਚ ਪੱਛਮ ਦੇ ਵਿੱਚ ਇਹ ਸ਼ਬਦ ਜਿਹੜਾ ਇਹ ਸੰਕਲਪ ਸਾਹਮਣੇ ਆਇਆ। ਜਦਕਿ ਅਧਿਐਨ ਦੇ ਵੱਖਰੇ ਖੇਤਰ ਤੇ ਇਹ ਜਿਹੜਾ 20ਵੀਂ ਸਦੀ ਦੇ ਵਿੱਚ ਹੀ ਕੰਮ ਹੋਇਆ। ਇਹ ਸੰਕਲਪ ਤਾਂ ਆ ਗਿਆ ਸੀ, ਕੰਸੈਪਟ ਤਾਂ ਪੈਦਾ ਹੋ ਚੁੱਕਿਆ ਸੀ, ਪਰ ਇਹਦੇ ਵਿੱਚ ਬਹੁਤ ਅੱਛੇ ਤਰੀਕੇ ਨਾਲ ਜਿਹੜੀ ਮੈਚਿਓਰ ਸਟੱਡੀ ਹੈ ਉਹ 20ਵੀਂ ਸਦੀ ਦੇ ਵਿੱਚ ਹੋਣੀ ਸ਼ੁਰੂ ਹੋਈ ਹੈ। ਜੇ 20ਵੀਂ ਸਦੀ ਦੇ ਵਿੱਚ ਪੱਛਮ ਦੇ ਵਿੱਚ ਹੋਣੀ ਸ਼ੁਰੂ ਹੋਈ ਹੈ ਤੇ ਸਾਡੇ ਕੋਲੇ ਕਾਫੀ ਬਾਅਦ ਦੇ ਵਿੱਚ ਇਹ ਆਇਆ, ਤਾਂ ਅਸੀਂ ਜਿਹੜਾ ਹੈ ਅੱਜ ਸਟੱਡੀ ਕਰ ਰਹੇ ਹਾਂ ਕਿ ਹਾਂ ਸੱਭਿਆਚਾਰ ਨੂੰ ਸਟੱਡੀ ਕਰੀਏ ਕੀ ਹੈ, ਜਾਂ ਲੋਕਧਾਰਾ ਨੂੰ ਸਟੱਡੀ ਕਰੀਏ, ਇਹਦੇ ਤੇ ਰਿਸਰਚ ਵਰਕ ਹੋ ਰਹੀ ਹੈ, ਇਹਦੇ ਤੇ PhDਆਂ ਹੋ ਰਹੀਆਂ ਨੇ। ਤਾਂ ਇਹ ਜਿਹੜਾ ਹੈ ਸਾਡੇ ਲਈ ਖੇਤਰ ਕਾਫੀ ਨਵਾਂ ਹੈ ਅਤੇ ਇਹਦੇ ਵਿੱਚ ਹਲੇ ਬਹੁਤ ਸਾਰੀਆਂ ਸੰਭਾਵਨਾਵਾਂ ਨੇ ਖੋਜ ਕਰਨ ਦੀਆਂ। ਪੱਛਮ ਨਾਲ ਹੋਏ ਸੰਪਰਕ ਦੇ ਸਿੱਟੇ ਵਜੋਂ ਆਇਆ ਹੋਣ ਕਰਕੇ ਜਿਹੜਾ ਸੰਕਲਪ ਹੈ, ਪੰਜਾਬੀ ਦੇ ਸ਼ਬਦ ਸੱਭਿਆਚਾਰ ਜਾਂ ਹਿੰਦੀ ਦੇ ਸ਼ਬਦ ਸੰਸਕ੍ਰਿਤੀ ਦਾ ਅਰਥ ਖੇਤਰ, ਇਹਨਾਂ ਦੇ ਅੰਗਰੇਜ਼ੀ ਸਮਾਨਾਰਥੀ ਸ਼ਬਦ ਕਲਚਰ ਤੋਂ ਹੀ ਨਿਰਧਾਰਿਤ ਹੁੰਦਾ ਹੈ। ਹੁਣ ਅਸੀਂ ਕਿਹਾ ਕਿ ਪੱਛਮ ਦੇ ਨਾਲ ਸੰਪਰਕ ਵਿੱਚ ਆਉਣ ਤੋਂ ਬਾਅਦ ਅਸੀਂ ਨੇ ਇਹ ਸੰਕਲਪ ਪੰਜਾਬੀ ਦੇ ਵਿੱਚ ਲਿਆਂਦਾ, ਤਾਂ ਇਸ ਨੂੰ ਨਾਮ ਕੀ ਦਿੱਤਾ ਅਸੀਂ ਨੇ? ਸੱਭਿਆਚਾਰ, ਜਿਸ ਨੂੰ ਹਿੰਦੀ ਦੇ ਵਿੱਚ ਸੰਸਕ੍ਰਿਤੀ ਕਿਹਾ ਗਿਆ, ਜਿਸ ਨੂੰ ਅੰਗਰੇਜ਼ੀ ਦੇ ਵਿੱਚ ਕੀ ਕਿਹਾ ਜਾਂਦਾ ਸੀ? ਕਲਚਰ ਸ਼ਬਦ। ਹੁਣ ਜਦੋਂ ਕਲਚਰ ਸ਼ਬਦ ਹੈ ਕਿ ਕਲਚਰ ਐਕਚੁਅਲੀ ਕੀ ਹੈ, ਸ਼ਬਦ ਦੇ ਅਰਥ ਕੀ ਨੇ? ਕਲਚਰ ਸ਼ਬਦ ਜਿਹੜਾ ਆਉਂਦਾ ਕਲਟੀਵੇਸ਼ਨ ਤੋਂ, ਟੂ ਕਲਟੀਵੇਟ ਤੋਂ, ਠੀਕ ਹੈ। ਕਲਟੀਵੇਟ ਹੁੰਦਾ ਹੈ ਕਿਸੇ ਚੀਜ਼ ਨੂੰ ਵਧਾਉਣਾ, ਪੈਦਾ ਕਰਨਾ, ਇੱਕ ਤੋਂ ਅਨੇਕ ਕਰ ਲੈਣਾ। ਤਾਂ ਕਲਟੀਵੇਸ਼ਨ ਕਿਹਦੀ? ਜਿਹੜੀ ਜ਼ਮੀਨ ਦੀ ਵਾਹੀ ਨਾਲ ਸੰਬੰਧਿਤ, ਫਸਲ ਨਾਲ ਸੰਬੰਧਿਤ ਹੈ, ਉਸਨੂੰ ਅਸੀਂ ਕਲਟੀਵੇਸ਼ਨ ਨਾਲ ਜੋੜਦੇ ਹਾਂ। ਤਾਂ ਕਲਟੀਵੇਸ਼ਨ ਕੀ ਹੈ ਕਿ ਉਸਨੂੰ ਕਿਵੇਂ ਜਿਹੜਾ ਹੈ ਕਲਟੀਵੇਟ ਕੀਤਾ ਜਾਂਦਾ ਹੈ, ਇਹਦੇ ਤੋਂ ਹੀ ਸ਼ਬਦ ਪੈਦਾ ਹੋਇਆ ਕਲਚਰ, ਕਿ ਇੱਕ ਪੀੜ੍ਹੀ ਚੋਂ ਦੂਜੀ ਪੀੜ੍ਹੀ, ਦੂਜੀ ਤੋਂ ਤੀਜੀ ਪੀੜ੍ਹੀ ਕਿਵੇਂ ਉਹ ਚੀਜ਼ਾਂ ਨੂੰ, ਜੀਵਨ ਜਾਚਾਂ ਨੂੰ ਸਿੱਖਦੀ ਹੈ, ਇਹ ਵੀ ਇੱਕ ਪ੍ਰਕਾਰ ਦੀ ਕਲਟੀਵੇਸ਼ਨ ਹੈ। ਤਾਂ ਇਸ ਤੋਂ ਅਸੀਂ ਨੇ ਆਪਣੀ ਭਾਸ਼ਾ ਦੇ ਅਨੁਸਾਰ ਹੀ ਇੱਕ ਸ਼ਬਦ ਜਿਹੜਾ ਘੜਿਆ, ਜਿਸ ਨੂੰ ਅੱਜ ਅਸੀਂ ਸੱਭਿਆਚਾਰ ਕਹਿੰਦੇ ਹਾਂ। ਸੱਭਿਆਚਾਰ ਦੀ ਹੁਣ ਅਸੀਂ ਜਿਹੜੀ ਪਰਿਭਾਸ਼ਾ ਕਰਾਂਗੇ, ਐਕਚੁਅਲੀ ਇਹਦਾ ਪਿਛੋਕੜ ਸੀ ਕਿ ਇਹ ਕੰਸੈਪਟ ਕੀ ਹੈ, ਇਹ ਕਿੱਥੋਂ ਆਇਆ ਹੈ, ਠੀਕ ਹੈ ਜੀ, ਤੇ ਕਿੰਨਾ ਕੁ ਪੁਰਾਣਾ ਹੈ,
ਅਸੀਂ ਇਹ ਸ਼ਬਦ ਕਿੱਥੋਂ ਲਿਆ, ਬੇਸਿਕਲੀ ਇਹਦਾ ਸ਼ਬਦ ਜਿਹੜਾ ਹੈ ਕਿੱਥੋਂ ਆਇਆ ਹੈ, ਤਾਂ ਉਹ ਕਲਚਰ ਆਇਆ ਹੈ, ਪੱਛਮ ਤੋਂ ਆਇਆ ਹੈ। ਤਾਂ ਇਹ ਜਿਹੜਾ ਸਾਡੇ ਕੋਲ ਸੱਭਿਆਚਾਰ ਸ਼ਬਦ ਅਸੀਂ ਨੇ ਇਹਦੇ ਲਈ ਵਰਤਿਆ। ਹੁਣ ਅਸੀਂ ਸੱਭਿਆਚਾਰ ਦੀ ਪਰਿਭਾਸ਼ਾ ਕਰਾਂਗੇ ਕਿ ਸੱਭਿਆਚਾਰ ਕਹਿੰਦੇ ਕਿਸ ਨੂੰ ਹੈ। ਸੱਭਿਆਚਾਰ ਸ਼ਬਦ ਨੂੰ ਆਮ ਅਤੇ ਬਹੁਤ ਕਰਕੇ ਆਮ ਤੌਰ ਤੇ ਵੱਖ-ਵੱਖ ਪ੍ਰਸੰਗਾਂ ਵਿੱਚ ਵਰਤਿਆ ਜਾਂਦਾ ਹੈ। ਪ੍ਰਸੰਗ ਹੁੰਦੇ ਨੇ ਅਲੱਗ-ਅਲੱਗ ਸੰਦਰਭਾਂ 'ਚ, ਅਲੱਗ-ਅਲੱਗ ਸੰਬੰਧਾਂ 'ਚ, ਕੰਟੈਕਸਟ ਜਿਵੇਂ ਆਪਾਂ ਕਹਿ ਦਿੰਦੇ ਹਾਂ। ਜਿਵੇਂ ਅਸੀਂ ਕਹਿ ਦਈਏ ਕਿ ਕੋਈ ਵੀ ਅਸੀਂ ਸ਼ਬਦ ਵਰਤ ਲੈਂਦੇ ਹਾਂ, ਸੱਭਿਆਚਾਰਕ ਪ੍ਰੋਗਰਾਮ, ਕਿ ਸਾਡੇ ਕਾਲਜ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਹੋਇਆ, ਸੱਭਿਆਚਾਰ ਉਹਦੇ ਲਈ ਵੀ ਪ੍ਰੋਗਰਾਮ ਦੇ ਲਈ ਵਰਤ ਲਿਆ। ਜਾਂ ਸੱਭਿਆਚਾਰਕ ਸ਼ਾਮ ਕੋਈ ਜਿਹੜੀ ਆਰਗੇਨਾਈਜ਼ ਕੀਤੀ ਗਈ ਹੈ, ਜਾਂ ਸੱਭਿਆਚਾਰ ਦਾ ਮੰਤਰਾਲਾ, ਕੋਈ ਡਿਪਾਰਟਮੈਂਟ ਵੀ ਹੋ ਸਕਦਾ, ਉਹਦੇ ਲਈ ਵੀ ਸੱਭਿਆਚਾਰ ਵਰਤਿਆ ਜਾਂਦਾ ਹੈ। ਜਾਂ ਫਿਰ ਸਰੀਰਕ ਸੱਭਿਆਚਾਰ, ਜਾਂ ਫਿਰ ਰਾਜਨੀਤਿਕ ਸੱਭਿਆਚਾਰ ਆਦਿ। ਮਤਲਬ ਕਿ ਸੱਭਿਆਚਾਰ ਸ਼ਬਦ ਜਿਹੜਾ ਹੈ ਕਾਫੀ ਅਲੱਗ-ਅਲੱਗ ਸੰਦਰਭਾਂ ਦੇ ਵਿੱਚ ਵਰਤਿਆ ਜਾਂਦਾ ਹੈ। ਅੰਗਰੇਜ਼ੀ ਵਰਤੋਂ ਤੋਂ ਸੰਕੇਤ ਲੈ ਕੇ ਅਸੀਂ ਸ਼ਹਿਰੀ ਪੇਂਡੂ ਸੱਭਿਆਚਾਰ, ਇਹ ਵੀ ਅਸੀਂ ਵਰਤਦੇ ਹਾਂ ਕਿ ਤਾਂ ਜੀ ਪੇਂਡੂ ਸੱਭਿਆਚਾਰ ਹੈ, ਸ਼ਹਿਰੀ ਸੱਭਿਆਚਾਰ ਹੈ, ਇਹ ਯੁਵਾ ਸੱਭਿਆਚਾਰ ਹੈ, ਨੌਜਵਾਨਾਂ ਦਾ ਸੱਭਿਆਚਾਰ ਹੈ, ਇਹ ਹਿੱਪੀ ਸੱਭਿਆਚਾਰ ਹੈ, ਹਿੱਪੀ ਲੋਕ ਜਿਹੜੇ ਤੁਰਦੇ ਫਿਰਦੇ ਨੇ, ਇਹ ਟਰੱਕ ਡਰਾਈਵਰਾਂ ਦਾ ਸੱਭਿਆਚਾਰ ਹੋ ਸਕਦਾ, ਆਦਿ ਅਜਿਹੇ ਜਿਹੜੇ ਨੇ ਅਸੀਂ ਸ਼ਬਦ ਵਰਤਦੇ ਹਾਂ। ਇਸ ਤਰ੍ਹਾਂ ਹੋਰ ਬਹੁਤ ਜਿਹੜੇ ਨੇ ਭਿੰਨ-ਭਿੰਨ ਜੁੱਟਾਂ ਵਿੱਚ ਇਹ ਸ਼ਬਦ ਵਰਤੋਂ ਦੇ ਵਿੱਚ ਆਇਆ ਮਿਲਦਾ ਹੈ। ਇਸ ਸ਼ਬਦ ਦੀ ਉਪਰੋਕਤ ਭਾਨ ਦੀ ਵਰਤੋਂ ਆਮ ਹੈ ਕਿ ਅਸੀਂ ਹਰ ਗੱਲ ਤੇ ਇਸ ਤਰ੍ਹਾਂ ਦੇ ਨੇ ਸੱਭਿਆਚਾਰਕ ਗਾਣੇ ਗਾਓ ਪਈ। ਸੱਭਿਆਚਾਰ ਨੂੰ ਹੀ ਅਸੀਂ ਨੇ ਡਿਫਾਈਨ ਕਰਨਾ ਹੈ ਕਿ ਕੀ ਹੈ। ਅੱਛਾ, ਸੱਭਿਆਚਾਰਾਂ ਨੂੰ ਅਲੱਗ-ਅਲੱਗ ਸੰਦਰਭਾਂ ਵਿੱਚ ਵਰਤਿਆ ਜਾਣਾ ਕੋਈ ਗਲਤ ਗੱਲ ਵੀ ਨਹੀਂ ਹੈ, ਪਰ ਇਹ ਸਾਰੀ ਵਰਤੋਂ ਸੀਮਤ ਅਤੇ ਇੱਕ ਪਾਸੜ ਹੈ ਜੋ ਸੱਭਿਆਚਾਰ ਨੂੰ ਇਸ ਦੇ ਭਰਪੂਰ ਅਰਥਾਂ ਵਿੱਚ ਨਹੀਂ ਸਮਝਾਉਂਦੀ ਜਾਂ ਲੈਂਦੀ। ਅਸਲ ਦੇ ਵਿੱਚ ਅਸੀਂ ਨੇ ਸੱਭਿਆਚਾਰ ਜਿਹੜਾ ਹੈ ਉਹਦੀ ਪਰਿਭਾਸ਼ਾ ਕਰਨੀ ਹੈ, ਉਹਨੂੰ ਡਿਫਾਈਨ ਕਰਨਾ ਹੈ। ਇਹਨਾਂ ਸ਼ਬਦਾਂ ਨਾਲ ਸੱਭਿਆਚਾਰ ਨੂੰ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ ਜਿਹੜੇ ਆਮ ਤੌਰ ਤੇ ਆਪਾਂ ਹੁਣੇ ਪੜ੍ਹ ਕੇ ਹਟਿਆ ਕਿ ਵਰਤੇ ਜਾਂਦੇ ਨੇ। ਅਸਲ ਵਿੱਚ ਸੱਭਿਆਚਾਰ ਬਹੁਤ ਵਿਸ਼ਾਲ ਹੈ, ਇਹਦਾ ਸੰਕਲਪ, ਇਹਦਾ ਕੰਸੈਪਟ ਬਹੁਤ ਵਿਸ਼ਾਲ ਹੈ, ਇੰਨਾ ਵਿਸ਼ਾਲ ਕਿ ਇਸ ਨੂੰ ਪਰਿਭਾਸ਼ਾਵਾਂ ਵਿੱਚ ਬੰਨਣਾ ਜਿਹੜਾ ਹੈ ਉਹ ਬੜਾ ਕਠਿਨ ਹੈ। ਸਾਡੇ ਲਈ ਸੱਭਿਆਚਾਰ ਇੰਨੀ ਸਧਾਰਨ ਅਤੇ ਕੁਦਰਤੀ ਸਥਿਤੀ ਹੈ ਜਿੰਨੀ ਕਿ ਮੱਛੀ ਲਈ ਪਾਣੀ, ਜਾਂ ਸਾਡੇ ਲਈ ਹਵਾ, ਜਾਂ ਸਾਡੇ ਅੰਗਾਂ ਵਿੱਚ ਖੂਨ ਦਾ ਚੱਕਰ ਲਾਉਣਾ। ਸਾਡੇ ਲਈ ਬਹੁਤ ਆਮ ਜੀ ਗੱਲ ਹੈ, ਕਿਉਂਕਿ ਇਹ ਸਾਡੇ ਅੰਗ ਸੰਗ ਰਹਿੰਦਾ ਤੇ ਸਾਨੂੰ ਉੱਪਰਾ ਨਹੀਂ ਲੱਗਦਾ ਕਿ ਇਹ ਤਾਂ ਆਮ ਜੀ ਗੱਲ ਹੈ, ਕਿਹੜਾ ਕੋਈ ਵਿਸ਼ੇਸ਼ ਗੱਲ ਹੈ, ਜਾਂ ਕਹੀਏ ਕਿ ਇਹਦੀ ਕੋਈ ਸਟੱਡੀ ਕੀਤੀ ਜਾਵੇ, ਅਸੀਂ ਕੁਝ ਵੱਖਰਾ ਕਰ ਰਹੇ ਹਾਂ। ਇਹ ਤਾਂ ਸਾਡੇ ਜੀਵਨ ਦਾ ਇੱਕ ਹਿੱਸਾ ਹੈ। ਸਧਾਰਨ ਸਥਿਤੀ ਵਿੱਚ ਅਸੀਂ ਇਸ ਤੋਂ ਚੇਤਨ ਵੀ ਨਹੀਂ ਹੁੰਦੇ, ਪਰ ਜਿਉਂ ਹੀ ਸਾਨੂੰ ਆਪਣੇ ਸੱਭਿਆਚਾਰ ਦੇ ਮਾਹੌਲ ਵਿੱਚੋਂ ਕੱਢ ਕੇ ਕਿਸੇ ਹੋਰ ਮਾਹੌਲ ਵਿੱਚ ਰੱਖ ਦਿੱਤਾ ਜਾਂਦਾ ਹੈ ਤਾਂ ਅਸੀਂ ਇਸ ਨੂੰ ਉਸੇ ਸ਼ਿੱਦਤ ਨਾਲ ਮਹਿਸੂਸ ਕਰਨ ਲੱਗਦੇ ਹਾਂ ਜਿਵੇਂ ਪਾਣੀ ਤੋਂ ਬਿਨਾਂ ਮੱਛੀ, ਜਾਂ ਹਵਾ ਤੋਂ ਬਿਨਾਂ ਆਦਮੀ, ਜਾਂ ਸਾਡੇ ਵਰਗੇ ਇਨਸਾਨ, ਜਾਂ ਕੋਈ ਵੀ ਜੀਵ ਹੋ ਸਕਦਾ ਹੈ। ਇਹਦੀ ਇੰਪੋਰਟੈਂਸ ਉਦੋਂ ਹੀ ਪਤਾ ਲੱਗਦੀ ਹੈ ਜਦੋਂ ਸਾਨੂੰ ਕੋਈ ਬਿਲਕੁਲ ਵੱਖਰੇ ਸੱਭਿਆਚਾਰ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਹੈ। ਫਿਰ ਸਾਨੂੰ ਕੰਪੈਰੀਜ਼ਨ ਅਸੀਂ ਕਰਦੇ ਹਾਂ ਕਿ ਇਹ ਇੱਦਾਂ ਕਰਦੇ ਨੇ, ਇਹ ਤਾਂ ਇੱਦਾਂ ਬੋਲਦੇ ਨੇ, ਇਹ ਤਾਂ ਆਹ ਖਾਂਦੇ ਨੇ, ਇਹ ਤਾਂ ਐਵੇਂ ਪਹਿਨਦੇ ਨੇ, ਅਸੀਂ ਤਾਂ ਐਵੇਂ ਕਰਦੇ ਹਾਂ, ਅਸੀਂ ਐਵੇਂ। ਇਹਦਾ ਮਤਲਬ ਕਿ ਫਿਰ ਸਾਨੂੰ ਮਹਿਸੂਸ ਹੁੰਦਾ ਹੈ ਕਿ ਸਾਡੇ ਲਈ ਉਹ ਕਿੰਨੀ ਇੰਪੋਰਟੈਂਟ ਚੀਜ਼ ਹੈ। ਅਦਰਵਾਈਜ਼ ਸਾਨੂੰ ਆਮ ਨਹੀਂ ਪਤਾ ਲੱਗਦਾ, ਆਮ ਨਹੀਂ ਮਹਿਸੂਸ ਹੁੰਦਾ। ਪਰ ਜਦੋਂ ਅਸੀਂ ਆਪਣੇ ਸੱਭਿਆਚਾਰ ਚੋਂ ਕਿਤੇ ਹੋਰ ਸੱਭਿਆਚਾਰ ਵਿੱਚ ਚਲੇ ਜਾਈਏ, ਬਿਲਕੁਲ ਓਪਰੇ ਸੱਭਿਆਚਾਰ 'ਚ ਚਲੇ ਜਾਈਏ, ਫਿਰ ਸਾਡੀ ਹਾਲਤ ਕਿਹੋ ਜਿਹੀ ਹੋ ਜਾਂਦੀ ਹੈ, ਜਿਵੇਂ ਮੱਛੀ ਬਿਨਾਂ ਪਾਣੀ ਦੀ ਹਾਲਤ ਹੋ ਜਾਂਦੀ ਹੈ। ਸੋ ਇਸ ਲਈ ਉੱਦਾਂ ਨਹੀਂ ਸਾਨੂੰ ਪਤਾ ਲੱਗਦਾ ਰਹਿੰਦਿਆਂ ਨੂੰ ਆਪਣੇ ਆਲੇ ਦੁਆਲੇ ਦੇ ਵਿੱਚ, ਪਰ ਜਦੋਂ ਉਹ ਚੀਜ਼ ਨੂੰ ਸਾਡੇ ਤੋਂ ਦੂਰ ਕਰ ਦਿੱਤਾ ਜਾਂਦਾ ਫਿਰ ਸਾਨੂੰ ਉਸ ਦੀ ਵੈਲਿਊ, ਉਹਦਾ ਰੂਪ, ਉਹ ਕੀ ਹੈ ਸਾਡੇ ਲਈ, ਉਹ ਫਿਰ ਸਾਨੂੰ ਅਹਿਸਾਸ ਹੁੰਦਾ ਹੈ। ਕਿਸੇ ਓਪਰੇ ਸੱਭਿਆਚਾਰ ਨਾਲ ਸੰਪਰਕ ਪਿੱਛੋਂ ਸਾਨੂੰ ਆਪਣੇ ਸੱਭਿਆਚਾਰ ਦੇ ਵੱਖ ਹੋਣ ਦਾ, ਇਸ ਦੀ ਵੱਖਰੀ ਪਹਿਚਾਨ ਹੋਣ ਦਾ ਪਤਾ ਲੱਗੇਗਾ। ਇਹ ਵੱਖਰੀ ਪਹਿਚਾਨ ਵਿਅਕਤੀ ਵਜੋਂ ਨਹੀਂ ਹੁੰਦੀ, ਸਗੋਂ ਕਿਸੇ ਜਨ ਸਮੂਹ ਦਾ ਮੈਂਬਰ ਹੋਣ ਵਜੋਂ ਹੁੰਦੀ। ਵੱਖਰੀ ਪਹਿਚਾਨ ਅਸੀਂ ਇਹੀ ਮਿਸ ਕਰਦੇ ਹਾਂ ਕਿ ਮੇਰੇ ਆਪਣੇ ਲੋਕ ਕਿੱਥੇ ਨੇ, ਮੇਰਾ ਆਪਣਾ ਆਲਾ ਦੁਆਲਾ ਕਿੱਥੇ ਹੈ। ਉਹ ਜਿਹੜਾ ਆਪਣਾਪਣ ਹੈ ਉਹ ਇਕੱਲੇ ਵਿਅਕਤੀ ਨਾਲ ਨਹੀਂ ਬਣਦਾ, ਉਹ ਤਾਂ ਫਿਰ ਜਿੱਥੇ ਵਿਅਕਤੀ ਜਾਵੇ ਉਹ ਨਾਲ ਹੀ ਲੈ ਜਾਏਗਾ ਆਪਣਾਪਣ, ਪਰ ਇਹ ਬਣਦਾ ਹੈ ਆਪਣੇ ਕੁਟੁੰਬ, ਆਪਣੇ ਸਮੂਹ ਦੇ ਵਿੱਚ ਰਹਿਣ ਨਾਲ, ਕਿ ਅਸੀਂ ਉਹਨਾਂ ਦੇ ਵਿੱਚ ਰਹਿ ਕੇ ਹੀ ਜਿਹੜਾ ਹੈ ਉਹ ਕੰਫਰਟੇਬਲ ਮਹਿਸੂਸ ਕਰਦੇ ਹਾਂ। ਜਾਂ ਅਸੀਂ ਉਹੀ ਗੱਲ ਹੈ ਕਿ ਜਿਵੇਂ ਮੱਛੀ ਪਾਣੀ 'ਚ ਇੰਜੋਏ ਕਰਦੀ ਹੈ, ਖੁੱਲਾ ਡੁੱਲਾ ਤੈਰਦੀ ਹੈ, ਕੋਈ ਫਿਕਰ ਨਹੀਂ, ਇਹ ਚੀਜ਼ ਜਿਹੜੀ ਹੈ ਅਸੀਂ ਆਪਣੇ ਆਲੇ ਦੁਆਲੇ 'ਚ ਰਹਿ ਕੇ ਹੀ ਮਹਿਸੂਸ ਕਰ ਸਕਦੇ ਹਾਂ। ਇਹ ਜਿਹੜਾ ਹੈ ਵੱਖਰੀ ਪਹਿਚਾਨ ਸਾਡੀ ਵਿਅਕਤੀ ਵਜੋਂ ਨਹੀਂ ਹੁੰਦੀ, ਸਗੋਂ ਉਸ ਸਮੂਹ ਦਾ ਹਿੱਸਾ ਹੋਣ, ਉਹਦਾ ਮੈਂਬਰ ਹੋਣ ਵਜੋਂ ਹੁੰਦੀ ਹੈ। ਇਹੀ ਸਾਡਾ ਸੱਭਿਆਚਾਰ ਹੈ। ਇਹਦਾ ਮਤਲਬ ਹੁਣ ਇਸ ਨੂੰ ਅਸੀਂ ਜਿਹੜਾ ਪਰਿਭਾਸ਼ਿਤ ਕਰੀਏ ਕਿ ਇਹ ਸੱਭਿਆਚਾਰ ਹੈ ਕਿ ਅਸੀਂ ਉਹ ਤੋਂ ਅੱਡ ਨਹੀਂ ਹੋ ਸਕਦੇ। ਸਾਡੀ ਹਾਲਤ ਮੱਛੀ ਤੋਂ ਜਿਹੜੀ ਹੈ ਮੱਛੀ ਵਰਗੀ, ਜਾਂ ਮੱਛੀ ਤੋਂ ਅਲੱਗ ਨਹੀਂ, ਮੱਛੀ ਵਰਗੀ ਹੋ ਜਾਂਦੀ ਹੈ ਜਿਸ ਨੂੰ ਉਹਦੇ ਪਾਣੀ 'ਚੋਂ ਕੱਢ ਦਿੱਤਾ ਜਾਵੇ।
ਓਕੇ, ਅਸੀਂ ਮੰਨ ਲਿਆ ਕਿ ਸਾਡਾ ਸੱਭਿਆਚਾਰ ਹੈ, ਪਰ ਇਸ ਨੂੰ ਅਸੀਂ ਜੇਕਰ ਪਹਿਚਾਨਣਾ ਹੋਵੇ, ਇਹਦੇ ਕਿਹੜੇ ਕਿਹੜੇ ਅੰਗ ਨੇ, ਕਿਹੜੇ ਕਿਹੜੇ ਤੱਤ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਮਿਸ ਕਰਦੇ ਹਾਂ, ਤਾਂ ਉਸ ਦੀ ਸਟੱਡੀ ਹੀ ਸੱਭਿਆਚਾਰ ਦੀ ਸਟੱਡੀ ਹੈ। ਫਿਰ ਅਸੀਂ ਉਹਦੀਆਂ ਵਿਸ਼ੇਸ਼ਤਾਵਾਂ ਜਿਹੜੀਆਂ ਕਰਾਂਗੇ, ਫਿਰ ਉਹਦੇ ਵਿੱਚ ਉਹ ਗੱਲਾਂ ਆਉਣਗੀਆਂ ਕਿ ਫਿਰ ਉਹ ਕਿਹੜੀਆਂ ਵਿਸ਼ੇਸ਼ਤਾਵਾਂ ਨੇ ਜਿਹੜੀਆਂ ਉਸਨੂੰ ਸਾਡੇ ਆਲੇ ਦੁਆਲੇ ਨੂੰ ਸੱਭਿਆਚਾਰ ਸਾਡਾ ਬਣਾਉਂਦੀਆਂ ਨੇ, ਉਹ ਕਿਹੜੀਆਂ ਵਿਸ਼ੇਸ਼ਤਾਵਾਂ ਨੇ ਜਿਹੜੀਆਂ ਸਾਨੂੰ ਆਪਣੀਆਂ ਲੱਗਦੀਆਂ ਨੇ। ਫਿਰ ਇਹਦੇ ਬਾਰੇ ਅਸੀਂ ਅੱਗੇ ਡਿਸਕਸ ਕਰਾਂਗੇ। ਸੱਭਿਆਚਾਰ ਵਿੱਚ ਉਹ ਕੁਝ ਆ ਜਾਂਦਾ ਜੋ ਕਿਸੇ ਇੱਕ ਜਨ ਸਮੂਹ ਨੂੰ ਦੂਜੇ ਜਨ ਸਮੂਹ ਨਾਲੋਂ ਨਿਖੇੜਦਾ ਹੈ, ਵੱਖਰਾ ਕਰਦਾ ਹੈ, ਜਾਂ ਕਿਸੇ ਜਨ ਸਮੂਹ ਦੀ ਵੱਖਰੀ ਪਹਿਚਾਣ ਕਾਇਮ ਕਰਦਾ ਹੈ। ਫਿਰ ਤਾਂ ਸਾਰਾ ਕੁਛ ਹੀ ਆ ਗਿਆ, ਸਾਡੀ ਭਾਸ਼ਾ, ਸਾਡਾ ਖਾਣ ਪੀਣ, ਪਹਿਰਾਵਾ, ਸਾਡੇ ਰਹਿਣ ਦੇ ਢੰਗ, ਸਾਡੇ ਕੰਮ ਕਿੱਤੇ, ਸਭ ਕੁਛ, ਸਾਡੇ ਰੀਤੀ ਰਿਵਾਜ, ਹਰ ਚੀਜ਼ ਇਹਦੇ ਵਿੱਚ ਜਿਹੜੀ ਉਹ ਆ ਗਈ। ਇਸ ਤਰ੍ਹਾਂ ਜਿਸ ਵੇਲੇ ਅਸੀਂ ਭਾਵਵਾਚੀ ਪੱਧਰ ਉੱਤੇ ਸੱਭਿਆਚਾਰ ਦੀ ਜਾਂ ਮਨੁੱਖੀ ਸੱਭਿਆਚਾਰ ਦੀ ਗੱਲ ਕਰਦੇ ਹਾਂ ਤਾਂ ਇਸ ਵਿੱਚ ਉਹ ਸਭ ਕੁਝ ਆ ਜਾਵੇਗਾ ਜੋ ਮਨੁੱਖ ਨੂੰ ਬਾਕੀ ਪ੍ਰਕਿਰਤੀ ਨਾਲੋਂ ਅਤੇ ਪ੍ਰਕਿਰਤੀ ਵਿਚਲੇ ਬਾਕੀ ਜੀਵਾਂ ਨਾਲੋਂ ਵੱਖਰਾ ਕਰਦਾ ਹੈ, ਉਹ ਸਭ ਕੁਝ। ਇਹਦਾ ਮਤਲਬ ਜੇਕਰ ਅਸੀਂ ਲੋਕ ਹਾਂ ਤਾਂ ਪੰਜਾਬੀ ਲੋਕਾਂ ਨੇ ਜਿਹੜਾ ਹੈ ਇਹੋ ਜਿਹਾ ਕੀ ਬਣਾ ਲਿਆ ਜਿਹੜਾ ਉਹਨਾਂ ਨੂੰ ਬਾਕੀ ਜੀਵ ਜਨਤਾ ਨਾਲੋਂ ਜਾਂ ਬਾਕੀ ਸੱਭਿਆਚਾਰ ਦੇ ਲੋਕਾਂ ਨਾਲੋਂ ਵੱਖਰਾ ਕਰਦਾ ਹੈ। ਉਹ ਸਭ ਕੁਝ ਉਹਦਾ ਸੱਭਿਆਚਾਰ ਹੀ ਹੁੰਦਾ ਹੈ। ਕਹਿੰਦੇ ਸੱਭਿਆਚਾਰ ਸਿਰਫ ਮਨੁੱਖਾਂ ਦਾ ਹੁੰਦਾ ਹੈ, ਜੀਵ ਜੰਤੂਆਂ, ਪਸ਼ੂਆਂ ਦਾ ਕੋਈ ਸੱਭਿਆਚਾਰ ਨਹੀਂ ਹੁੰਦਾ। ਇਸ ਲਈ ਜਿਸ ਵੇਲੇ ਅਸੀਂ ਭਾਰਤੀ ਸੱਭਿਆਚਾਰ ਦੀ ਗੱਲ ਕਰਦੇ ਹਾਂ ਤਾਂ ਇਸ ਵਿੱਚ ਉਹ ਸਾਰਾ ਕੁਝ ਆ ਜਾਏਗਾ ਜੋ ਇਸ ਨੂੰ ਸੰਸਾਰ ਦੀਆਂ ਬਾਕੀ ਕੌਮਾਂ ਦੇ ਸੱਭਿਆਚਾਰਾਂ ਨਾਲੋਂ ਨਿਖੇੜੇਗਾ। ਹੁਣ ਕੀ ਹੋ ਗਿਆ, ਜੇ ਪੰਜਾਬੀ ਹੈ ਤਾਂ ਭਾਰਤ ਦੇ ਬਾਕੀ ਜਿਹੜੇ ਨੇ ਸੱਭਿਆਚਾਰ ਨੇ, ਗੁਜਰਾਤੀ, ਹਰਿਆਣਵੀ, ਮਰਾਠੀ, ਸਾਰੇ ਤਮਿਲ, ਉਹਨਾਂ ਨਾਲੋਂ ਨਿਖੇੜਦਾ ਹੈ, ਉਹ ਸਾਡਾ ਪੰਜਾਬੀ ਸੱਭਿਆਚਾਰ ਹੈ। ਜੇ ਅਸੀਂ ਆਪਣੇ ਆਪ ਨੂੰ ਭਾਰਤੀ ਸੱਭਿਆਚਾਰ ਕਹਿੰਦੇ ਹਾਂ, ਵੀ ਅਸੀਂ ਭਾਰਤ ਦਾ ਹਿੱਸਾ ਹਾਂ, ਤਾਂ ਫਿਰ ਅਸੀਂ ਭਾਰਤੀ ਸੱਭਿਆਚਾਰ ਨੂੰ ਅਪਣਾਉਣ ਵਾਲੇ ਆ ਜਾਂ ਭਾਰਤੀ ਸੱਭਿਆਚਾਰ 'ਚ ਰਹਿਣ ਵਾਲੇ ਲੋਕ ਹੋ ਗਏ। ਭਾਰਤੀ ਸੱਭਿਆਚਾਰ ਕੀ ਹੈ? ਭਾਰਤੀ ਸੱਭਿਆਚਾਰ ਉਹ ਹੈ ਜਿਹੜਾ ਭਾਰਤ ਤੋਂ ਬਿਨਾਂ ਬਾਕੀ ਦੇਸ਼ਾਂ ਦੇ ਸੱਭਿਆਚਾਰ ਨਾਲੋਂ ਸਾਨੂੰ ਨਿਖੇੜਦਾ ਹੈ। ਇਹਦਾ ਮਤਲਬ ਇਹ ਤੋਂ ਹੋਰ ਛੋਟੇ ਆਪਾਂ ਪੱਧਰ ਤੇ ਚਲੇ ਜਾਈਏ, ਭਾਰਤ ਤੋਂ ਪੰਜਾਬ, ਪੰਜਾਬ ਤੋਂ ਫਿਰ ਅਸੀਂ ਕਹੀਏ ਜਿਸ ਦਾ ਮਾਲਵੇ ਵਿੱਚ ਰਹਿੰਦੇ ਹਾਂ, ਫਿਰ ਮਲਵਈ ਸੱਭਿਆਚਾਰ ਵੀ ਹੈ। ਮਲਵਈ ਸੱਭਿਆਚਾਰ ਕੀ ਹੋਏਗਾ? ਉਹ ਸਾਡੀ ਵਿਸ਼ੇਸ਼ਤਾ ਜਿਹੜੀ ਸਾਨੂੰ ਮਾਝੇ ਨਾਲੋਂ, ਦੁਆਬੇ ਨਾਲੋਂ ਨਿਖੇੜਦੀ ਹੈ। ਤਾਂ ਇਸ ਤਰ੍ਹਾਂ ਤਰੀਕੇ ਨਾਲ ਜਿਹੜੀਆਂ ਸਾਡੀਆਂ ਆਪਣੀਆਂ ਪਹਿਚਾਣਾਂ ਹੁੰਦੀਆਂ ਨੇ, ਉਹ ਛੋਟੇ ਪੱਧਰ ਤੇ ਵੀ ਨੇ, ਉਹ ਵੱਡੇ ਪੱਧਰ ਤੇ ਵੀ ਨੇ। ਭਾਰਤ ਤੋਂ ਅੱਗੇ ਵੀ ਅਸੀਂ ਜਾ ਸਕਦੇ ਹਾਂ। ਅਸੀਂ ਕਹੀਏ ਜੀ ਅਸੀਂ ਭਾਰਤ ਤੋਂ ਬਾਅਦ ਅਸੀਂ ਕੀ ਹਾਂ? ਅਸੀਂ ਏਸ਼ੀਅਨ ਹਾਂ, ਤਾਂ ਫਿਰ ਏਸ਼ੀਅਨ ਸੱਭਿਆਚਾਰ ਹੈ। ਏਸ਼ੀਅਨ ਸੱਭਿਆਚਾਰ ਕਿਹੜਾ ਹੈ? ਉਹ ਸਾਰੀ ਵਿਸ਼ੇਸ਼ਤਾ ਸਾਡੀ ਜਿਹੜੀ ਬਾਕੀ ਦੇ ਸਾਰੇ ਕੰਟੀਨੈਂਟਸ ਨੇ ਉਹਨਾਂ ਨਾਲੋਂ ਸਾਨੂੰ ਨਿਖੇੜਦੀ ਹੈ, ਤਾਂ ਫਿਰ ਅਸੀਂ ਕਹਾਂਗੇ ਕਿ ਸਾਡਾ ਸੱਭਿਆਚਾਰ ਏਸ਼ੀਅਨ ਸੱਭਿਆਚਾਰ ਹੈ। ਤਾਂ ਇਸ ਤਰੀਕੇ ਨਾਲ ਜਿਹੜਾ ਹੈ ਇੱਕ ਸੱਭਿਆਚਾਰ ਦੂਜੇ ਸੱਭਿਆਚਾਰ ਨਾਲੋਂ ਨਿਖੇੜਿਆ ਜਾ ਸਕਦਾ ਹੈ, ਭਾਵੇਂ ਉਹ ਛੋਟੇ ਪੱਧਰ ਤੇ ਹੋਵੇ ਤੇ ਭਾਵੇਂ ਉਹ ਵੱਡੇ ਪੱਧਰ ਤੇ। ਛੋਟਿਆਂ ਨੂੰ ਅਸੀਂ ਉਪ ਸੱਭਿਆਚਾਰ ਕਹਿ ਦਿੰਦੇ ਹਾਂ, ਵੱਡਿਆਂ ਨੂੰ ਅਸੀਂ ਮੁੱਖ ਸੱਭਿਆਚਾਰ ਬਣਾ ਲੈਂਦੇ ਹਾਂ। ਕਿਤੇ ਸਾਡੀ ਭੂਮਿਕਾ ਪੰਜਾਬੀ ਸੱਭਿਆਚਾਰ ਦੀ ਮੁੱਖ ਸੱਭਿਆਚਾਰ ਦੀ ਵੀ ਹੋਏਗੀ। ਜਦੋਂ ਅਸੀਂ ਮਾਝਾ, ਮਾਲਵਾ, ਦੁਆਬਾ ਕਰਦੇ ਹਾਂ, ਉਹ ਸਾਡੇ ਉਪ ਸੱਭਿਆਚਾਰ ਬਣ ਗਏ, ਸਾਡੇ ਤੋਂ ਛੋਟੇ ਹੋ ਗਏ। ਕਿਤੇ ਸਾਡੀ ਵੀ ਉਪ ਸੱਭਿਆਚਾਰ ਦੀ ਹੋਏਗੀ ਕਿ ਪੰਜਾਬੀ ਸੱਭਿਆਚਾਰ ਉਪ ਸੱਭਿਆਚਾਰ ਹੈ। ਕਦੋਂ? ਜਦੋਂ ਅਸੀਂ ਭਾਰਤ ਦੇ ਕੰਟੈਕਸਟ ਦੇ ਵਿੱਚ ਦੇਖਾਂਗੇ। ਇਸੇ ਤਰ੍ਹਾਂ ਪੰਜਾਬੀ ਸੱਭਿਆਚਾਰ ਵਿੱਚ ਪੰਜਾਬ ਦੇ ਖੇਤਰ ਵਿੱਚ ਵਸਦੇ ਜਨ ਸਮੂਹਾਂ ਦੀ ਵੱਖਰੀ ਪਹਿਚਾਣ ਦੇ ਲਖਾਇਕ ਅੰਸ਼ਾਂ ਨੂੰ ਪੇਸ਼ ਕਰੇਗਾ। ਆਹੀ ਚੀਜ਼ ਆਪਾਂ ਜਿਹੜੀ ਡਿਸਕਸ ਕਰ ਰਹੇ ਸੀ। ਕਿਸੇ ਮੁੱਖ ਸੱਭਿਆਚਾਰ ਵਿੱਚ ਭੂਗੋਲਿਕ ਖਿੱਤੇ, ਪੇਸ਼ੇ, ਉਮਰ, ਧਰਮ ਆਦਿ ਦੇ ਆਧਾਰ ਉੱਤੇ ਕੁਝ ਉਪ ਭੇਦ ਵੀ ਹੁੰਦੇ ਨੇ। ਆਹੀ ਗੱਲ ਹੋਈ ਜੇ ਆਪਾਂ ਨੇ ਹੁਣੀ ਗੱਲ ਕਰੀਏ ਕਿ ਪੰਜਾਬੀ ਸੱਭਿਆਚਾਰ ਨੂੰ ਮੁੱਖ ਸੱਭਿਆਚਾਰ ਮੰਨ ਲਈਏ ਤਾਂ ਫਿਰ ਖਿੱਤੇਵਾਰ ਵੰਡ ਕਰਕੇ, ਠੀਕ ਹੈ, ਫਿਰ ਇਹਦੇ ਵਿੱਚ ਅਸੀਂ ਕੀ ਕਰ ਦਈਏ ਕਿ ਇਹ ਜੀ ਮਲਵਈ ਹੈ, ਇਹ ਮਾਝੀ ਹੈ, ਇਹ ਦੁਆਬੀ ਕਲਚਰ ਹੈ। ਫਿਰ ਪੇਸ਼ੇ ਵਜੋਂ ਵੀ ਹੋ ਸਕਦਾ ਹੈ, ਪੇਸ਼ੇ ਵਜੋਂ ਇਹ ਬਾਜੀਗਰਾਂ ਦਾ ਸੱਭਿਆਚਾਰ ਹੈ, ਇਹ ਸਿਕਲੀਗਰਾਂ ਦਾ ਸੱਭਿਆਚਾਰ ਹੈ, ਠੀਕ ਹੈ। ਉਮਰ ਦੇ ਆਧਾਰ ਤੇ ਵੀ ਹੋ ਜਾਂਦਾ ਹੈ, ਮਤਲਬ ਕਿ ਬੱਚੇ ਤੇ ਯੰਗ ਬੱਚੇ ਜਾਂ ਪ੍ਰੌੜ ਉਮਰ ਦੇ ਲੋਕ। ਧਰਮਾਂ ਦੇ ਆਧਾਰ ਤੇ ਵੀ ਹਿੰਦੂ ਕਲਚਰ, ਮੁਸਲਿਮ ਕਲਚਰ, ਇਸ ਤਰ੍ਹਾਂ ਨਾਲ ਇਹ ਵੰਡੀਆਂ ਜਿਹੜੀਆਂ ਨੇ ਉਹ ਪੈ ਸਕਦੀਆਂ ਨੇ। ਇਹਨਾਂ ਦੇ ਸੱਭਿਆਚਾਰਾਂ ਨੂੰ ਅਸੀਂ ਉਪ ਸੱਭਿਆਚਾਰ ਫਿਰ ਕਹਿੰਦੇ ਹਾਂ। ਕੇਵਲ ਪੈਸੇ, ਉਮਰ, ਧਰਮ ਆਦਿ ਦੇ ਆਧਾਰ ਉੱਤੇ ਫਰਕ ਕਿਸੇ ਸੱਭਿਆਚਾਰ ਨੂੰ ਉਪ ਸੱਭਿਆਚਾਰ ਤੋਂ ਮੁੱਖ ਸੱਭਿਆਚਾਰ ਦੀ ਪਦਵੀ ਨਹੀਂ ਦਵਾ ਸਕਦਾ। ਸਿਰਫ ਪੈਸਾ, ਉਮਰ ਤੇ ਧਰਮ ਇਹਨਾਂ ਕਰਕੇ ਨਹੀਂ ਅਸੀਂ ਅਲੱਗ ਹੋ ਸਕਦੇ ਕਿ ਉਪ ਸੱਭਿਆਚਾਰ ਹੋ ਗਏ, ਨਹੀਂ। ਬਾਕੀ ਹੋਰ ਬਹੁਤ ਸਾਰੇ ਭੂਗੋਲਿਕ ਖਿੱਤਾ ਹੋ ਗਿਆ, ਸਾਡੇ ਪੇਸ਼ੇ ਹੋ ਗਏ, ਸਾਡੀਆਂ ਭਾਸ਼ਾਵਾਂ ਹੋ ਗਈਆਂ, ਇਹ ਸਭ ਕੁਝ ਜਿਹੜਾ ਹੈ ਉਹ ਇੱਕ ਉਪ ਸੱਭਿਆਚਾਰ ਨੂੰ ਮੁੱਖ ਸੱਭਿਆਚਾਰ ਬਣਾਉਣ ਲਈ ਜਿਹੜਾ ਹੈ ਮਦਦ ਕਰਦਾ ਹੈ। ਜਿਵੇਂ ਅੱਜ ਦੇ ਦੌਰ 'ਚ ਅਸੀਂ ਕਹੀਏ ਜਿਹੜਾ ਮਲਵਈ ਉਪ ਸੱਭਿਆਚਾਰ ਹੈ,
ਉਹ ਪੰਜਾਬ ਦੇ ਜਿਹੜਾ ਹੈ ਮੁੱਖ ਸੱਭਿਆਚਾਰ ਯਾਨੀ ਕਿ ਪੰਜਾਬੀ ਸੱਭਿਆਚਾਰ ਦੀ ਥਾਂ ਲੈ ਰਿਹਾ ਹੈ, ਕਿਉਂਕਿ ਇਸ ਵਕਤ ਸਭ ਤੋਂ ਵੱਧ ਮਾਲਵੇ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਹੈ, ਭਾਵੇਂ ਭਾਸ਼ਾ ਦੇ ਆਧਾਰ ਤੇ, ਸਾਹਿਤ ਦੇ ਆਧਾਰ ਤੇ, ਵਪਾਰ ਦੇ ਆਧਾਰ ਤੇ, ਅਦਰਵਾਈਜ਼ ਹੋਰ ਇਨਫਰਾਸਟ੍ਰਕਚਰ ਜਿਹੜਾ ਹੈ ਬਹੁਤ ਇੱਥੇ ਚੇਂਜਸ ਜਿਹੜੀਆਂ ਨੇ ਆ ਰਹੀਆਂ ਨੇ। ਪਹਿਲਾਂ ਮਾਲਵਾ ਆਪਾਂ ਮੰਨਦੇ ਸੀ ਕਿ ਜੰਗਲੀ ਇਲਾਕਾ ਹੈ, ਪਿਛੜਿਆ ਹੋਇਆ ਇਲਾਕਾ ਹੈ, ਤਾਂ ਉਦੋਂ ਮਾਝੇ ਦਾ ਜਿਹੜਾ ਹੈ ਜ਼ਿਆਦਾ ਪ੍ਰਭਾਵ ਸੀ। ਹੁਣ ਇਹਦੇ ਵੀ ਰੀਜ਼ਨ ਜਿਹੜੇ ਨੇ ਉਹ ਬਹੁਤ ਸਾਰੇ ਨੇ, ਉਹ ਅਲੱਗ ਲੈਵਲ ਤੇ ਡਿਸਕਸ ਹੋ ਸਕਦੇ ਨੇ। ਸੱਭਿਆਚਾਰ ਦੀ ਪਰਿਭਾਸ਼ਾ ਦੇਣ ਦਾ ਸਭ ਤੋਂ ਪਹਿਲਾ ਯਤਨ ਕੌਣ ਕਰਦਾ ਹੈ? ਮਾਨਵ ਵਿਗਿਆਨੀ ਐਡਵਰਡ ਬੀ ਟਾਇਲਰ। ਇਹ ਸਾਨੂੰ ਨਾਮ ਯਾਦ ਹੋਣਾ ਚਾਹੀਦਾ ਬੇਟੇ, ਇਹ ਛੋਟੇ ਸਵਾਲਾਂ ਦੇ ਵਿੱਚ ਆਮ ਤੌਰ ਤੇ ਆਉਂਦਾ ਕਿ ਸਭ ਤੋਂ ਪਹਿਲਾਂ ਸੱਭਿਆਚਾਰ ਦੀ ਪਰਿਭਾਸ਼ਾ ਕਿਹੜੇ ਵਿਦਵਾਨ ਨੇ ਦਿੱਤੀ ਤੇ ਕਿੱਥੋਂ ਦਾ ਸੀ? ਇੰਗਲੈਂਡ ਦੇ ਸੀ। ਉਹਨਾਂ ਦੀ ਕਿਤਾਬ ਹੈ ਪ੍ਰਿਮਿਟਿਵ ਕਲਚਰ। ਪ੍ਰਿਮਿਟਿਵ ਹੁੰਦਾ ਸ਼ੁਰੂਆਤੀ, ਜਿਵੇਂ ਅਸੀਂ ਆਦਿਕਾਲੀ ਕਹਿ ਦਿੰਦੇ ਹਾਂ, ਆਦ ਸੱਭਿਆਚਾਰ। ਪ੍ਰਿਮਿਟਿਵ ਕਲਚਰ 1870 ਦੇ ਵਿੱਚ ਉਹਨਾਂ ਦੀ ਕਿਤਾਬ ਛਪਦੀ ਹੈ। ਇਹ ਪਰਿਭਾਸ਼ਾ ਅੱਜ ਵੀ ਥੋੜੇ ਬਹੁਤੇ ਫਰਕ ਨਾਲ ਬਹੁਤੀਆਂ ਪੱਛਮੀ ਪਰਿਭਾਸ਼ਾਵਾਂ ਦਾ ਆਧਾਰ ਬਣੀ ਹੋਈ ਹੈ। ਟਾਇਲਰ ਕਹਿੰਦਾ ਹੈ ਕਿ ਸੱਭਿਆਚਾਰ ਉਹ ਜਟਿਲ ਸਮੂਹ ਹੈ ਜਿਸ ਵਿੱਚ ਗਿਆਨ, ਵਿਸ਼ਵਾਸ, ਕਲਾ, ਨੈਤਿਕਤਾ, ਕਾਨੂੰਨ, ਰੀਤੀ ਰਿਵਾਜ, ਹੋਰ ਡੈਸ਼ 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 ਬਹੁਤ ਕੁਝ ਜਿਹੜਾ ਹੈ ਇਹਦੇ ਵਿੱਚ ਉਸਨੇ ਮੰਨਿਆ ਹੈ। ਠੀਕ ਹੈ ਨਾ, ਕਿ ਸੱਭਿਆਚਾਰ ਹਰ ਚੀਜ਼ ਉਹ ਜਿਹਦੇ ਵਿੱਚ ਗਿਆਨ, ਵਿਸ਼ਵਾਸ, ਕਲਾ, ਨੈਤਿਕਤਾ, ਕਾਨੂੰਨ, ਰੀਤੀ ਰਿਵਾਜ ਅਤੇ ਹੋਰ ਸਭ ਮਨੁੱਖ ਦੀਆਂ ਆਦਤਾਂ, ਉਹਦੀਆਂ ਸਮਰੱਥਾਵਾਂ ਆ ਜਾਂਦੀਆਂ ਨੇ, ਜਿਹੜੀਆਂ ਉਸਨੂੰ ਇੱਕ ਸਮਾਜ ਦਾ ਮੈਂਬਰ ਹੋਣ ਦੇ ਨਾਤੇ ਉਹ ਗ੍ਰਹਿਣ ਕਰਦਾ ਹੈ, ਉਹ ਸਿੱਖਦਾ ਹੈ, ਪ੍ਰਾਪਤ ਕਰਦਾ ਹੈ। ਇਹਦੇ ਵਿੱਚ ਕੀ ਹੈ? ਇਸ ਪਰਿਭਾਸ਼ਾ ਦੇ ਵਿੱਚ ਕੀ ਉਹਦੇ ਪਾਰਟ ਕਰਕੇ ਜੇਕਰ ਅਸੀਂ ਸਮਝੀਏ ਤਾਂ ਮਨੁੱਖੀ ਸਮਰੱਥਾਵਾਂ ਤੇ ਆਦਤਾਂ ਦਾ, ਜਿਨ੍ਹਾਂ ਵਿੱਚੋਂ ਕੁਝ ਕੁ ਗਿਣਵਾ ਦਿੱਤੀਆਂ ਗਈਆਂ ਹਨ ਅੱਗੇ, ਕੁਝ ਕੁ ਨੇ ਜ਼ਿਆਦਾ ਬਹੁਤ ਵਿਸਤ੍ਰਿਤ ਹੈ। ਇਹਦੇ ਵਿੱਚ ਮਤਲਬ ਕਿ ਜੀਵਨ ਦਾ ਹਰ ਪੱਖ ਆ ਜਾਂਦਾ ਹੈ ਸੱਭਿਆਚਾਰ ਦੇ ਵਿੱਚ। ਇਹਦੇ ਵਿੱਚ ਕੀ ਹੋ ਗਿਆ? ਕੁਝ ਸਮਰੱਥਾਵਾਂ ਤੇ ਆਦਤਾਂ ਹੋ ਗਈਆਂ। ਦੂਸਰਾ ਇਹਦਾ ਕੀ ਹੈ ਕਿ ਜਟਿਲ ਸਮੂਹ ਹੈ ਜਿਸ ਵਿੱਚ ਮਨੁੱਖ ਕਿਸੇ ਸਮਾਜ ਦਾ ਮੈਂਬਰ ਹੋਣ ਦੇ ਨਾਤੇ ਹੀ ਗ੍ਰਹਿਣ ਕਰ ਸਕਦਾ ਹੈ। ਇਹਦੀ ਪਹਿਲੀ ਸ਼ਰਤ ਹੈ ਕਿ ਉਹ ਕਿਸੇ ਸਮਾਜ ਦਾ ਮੈਂਬਰ ਹੋਵੇ। ਜਿਵੇਂ ਕਹਿੰਦੇ ਕਿ ਐਡਮਿਸ਼ਨ ਚਾਹੀਦੀ ਆ ਉਹਨੂੰ, ਫੇਰ ਹੀ ਉਹ ਕੁਝ ਅੱਗੇ ਸਿੱਖ ਸਕਦਾ। ਇਹ ਨਹੀਂ ਕਿ ਉਹ ਮੈਂਬਰ ਵੀ ਨਹੀਂ ਹੈ ਤੇ ਸਭ ਕੁਝ ਸਿੱਖ ਵੀ ਲਵੇ, ਨਹੀਂ, ਉਹਨੂੰ ਉੱਥੇ ਜਨਮ ਲੈਣਾ ਪੈਂਦਾ। ਸਿੰਪਲੀ ਆਪਾਂ ਕਹਿ ਦਈਏ ਭਾਸ਼ਾ, ਸਭ ਕੁਝ, ਬਚਪਨ, ਸਾਰੀ ਉਮਰ ਉੱਥੇ ਬਿਤਾਉਂਦਾ, ਫਿਰ ਉਸ ਸਮਾਜ ਦਾ ਇੱਕ ਮੈਂਬਰ ਜਿਹੜਾ ਹੈ ਉਹ ਬਣਦਾ। ਇਸ ਪਰਿਭਾਸ਼ਾ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸੱਭਿਆਚਾਰ ਕਿਸੇ ਮਨੁੱਖੀ ਸਮਾਜ ਦਾ ਹੀ ਹੋ ਸਕਦਾ ਹੈ ਅਤੇ ਇਹ ਸਮਾਜ ਰਾਹੀਂ ਹੀ ਗ੍ਰਹਿਣ ਕੀਤਾ ਜਾਂਦਾ ਹੈ, ਭਾਵ ਜੀਵ ਵਿਗਿਆਨਕ ਵਿਰਸੇ ਵਿੱਚ ਨਹੀਂ ਮਿਲਦਾ। ਜੀਵ ਵਿਗਿਆਨਕ ਵਿਰਸਾ ਕੀ ਹੁੰਦਾ? ਬਾਇਓਲੋਜੀਕਲ ਸਾਡੀ ਜਿਹੜੀ ਹੈ ਆਪਾਂ ਕਹਿ ਸਕਦੇ ਹਾਂ ਕਿ ਜੋ ਪੇਰੈਂਟਸ ਤੋਂ ਗੁਣ ਮਿਲਦੇ ਨੇ ਸਾਨੂੰ। ਪੇਰੈਂਟਸ ਤੋਂ ਗੁਣ ਕਿਹੜੇ ਮਿਲਦੇ ਨੇ? ਜਿਵੇਂ ਸਾਡਾ ਕੱਦ ਕਾਠ ਹੋ ਗਿਆ, ਪੇਰੈਂਟਸ ਤੇ ਜਾਂਦਾ ਹੈ। ਸਾਡਾ ਚਮੜੀ ਦਾ ਰੰਗ, ਸਾਡੇ ਵਾਲਾਂ ਦਾ ਰੰਗ, ਅੱਖਾਂ ਦਾ ਰੰਗ, ਸਾਡੇ ਦੰਦਾਂ ਦੀ ਬਣਤਰ, ਹੈ ਨਾ, ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਜੀਵ ਵਿਗਿਆਨਕ ਵਿਰਸੇ ਤੋਂ, ਆਪਣੇ ਮਾਂ-ਪਿਓ ਤੋਂ ਲੈਂਦੇ ਹਾਂ। ਪਰ ਸੱਭਿਆਚਾਰ ਨਹੀਂ ਏਦਾਂ ਮਿਲਦਾ। ਸੱਭਿਆਚਾਰ ਸਾਨੂੰ ਸਿੱਖਣਾ ਪੈਂਦਾ, ਗ੍ਰਹਿਣ ਕਰਨਾ ਪੈਂਦਾ, ਜਿਉਣਾ ਪੈਂਦਾ ਉਸਨੂੰ। ਇਹ ਪਰਿਭਾਸ਼ਾ ਦੇ ਮਹੱਤਵਪੂਰਨ ਅੰਸ਼ ਜਿਹੜੇ ਨੇ ਉਹ ਬਣ ਜਾਂਦੇ ਨੇ। ਇਹਦਾ ਮਤਲਬ ਸੱਭਿਆਚਾਰ ਜੀਵ ਵਿਗਿਆਨਕ ਜਿਹੜਾ ਹੈ ਉਹ ਨਹੀਂ ਹੁੰਦਾ, ਵਿਰਸੇ 'ਚ ਨਹੀਂ ਮਿਲਦਾ। ਅੱਗੇ ਜਿਹੜਾ ਇੱਕ ਅਮਰੀਕੀ ਮਾਨਵ ਵਿਗਿਆਨੀ ਹੈ ਉਹ ਵੀ ਇਸ ਨੂੰ ਡਿਫਾਈਨ ਕਰਦਾ ਹੈ। ਉਹਦੀਆਂ ਬਿਲਕੁਲ ਸਿੰਪਲ ਜਿਹੜੀ ਹੈ ਪਰਿਭਾਸ਼ਾ ਹੈ, ਹਿਰਸਕੋਵਿਟਸ ਹੈ ਉਸਦਾ ਨਾਂ। ਉਹ ਕਹਿੰਦਾ ਹੈ ਕਿ ਸੱਭਿਆਚਾਰ ਵਾਤਾਵਰਣ ਵਿੱਚ ਮਨੁੱਖ ਦਾ ਸਿਰਜਿਆ ਹੋਇਆ ਭਾਗ ਹੈ। ਵਾਤਾਵਰਣ ਕੀ ਹੈ? ਹੈਬਿਟੈਟ, ਆਲਾ ਦੁਆਲਾ, ਜਿੱਥੇ ਉਹ ਮਨੁੱਖੀ ਸਮੂਹ ਰਹਿੰਦਾ ਹੈ। ਜੇ ਆਪਾਂ ਕਹਿੰਦੇ ਪੰਜਾਬੀ ਲੋਕ ਨੇ, ਇਹ ਇੱਕ ਭੂਗੋਲਿਕ ਖਿੱਤੇ ਵਿੱਚ ਰਹਿੰਦੇ ਨੇ। ਇਸ ਖਿੱਤੇ ਵਿੱਚ ਰਹਿੰਦੇ ਹੋਏ ਜੋ ਕੁਝ ਉਹਨਾਂ ਨੇ ਸਿਰਜਿਆ ਆਪਣੇ ਜੀਵਨ ਦੇ ਲਈ, ਆਪਣੀ ਲੋੜ ਦੇ ਲਈ, ਉਹ ਸਭ ਕੁਝ ਸੱਭਿਆਚਾਰ ਹੁੰਦਾ ਹੈ। ਮਤਲਬ ਕਿ ਮਨੁੱਖ ਦੁਆਰਾ ਸਿਰਜਿਆ ਹੋਇਆ ਉਸ ਵਾਤਾਵਰਣ ਦਾ ਜਿੰਨਾ ਵੀ ਹਿੱਸਾ ਮਨੁੱਖ ਨੇ ਸਿਰਜਿਆ, ਬਹੁਤ ਕੁਝ ਤਾਂ ਕੁਦਰਤੀ ਵੀ ਹੈ, ਦਰਖਤ ਨੇ, ਮਿੱਟੀ ਹੈ, ਸਭ ਕੁਝ ਪਾਣੀ ਹੈ, ਠੀਕ ਹੈ, ਇਹ ਮਨੁੱਖ ਨੇ ਨਹੀਂ ਸਿਰਜੇ। ਜਿਹੜਾ ਮਨੁੱਖ ਨੇ ਸਿਰਜਿਆ ਹੋਇਆ ਉਹਦਾ ਹਿੱਸਾ ਹੈ ਉਸ ਦੇ ਆਲੇ ਦੁਆਲੇ ਦਾ, ਉਹ ਉਸਦਾ ਸੱਭਿਆਚਾਰ ਹੈ। ਦੂਜਾ ਉਹ ਕੀ ਕਹਿੰਦਾ ਕਿ ਸੱਭਿਆਚਾਰ ਮਨੁੱਖੀ ਵਿਵਹਾਰ ਦੇ ਸਿੱਖੇ ਹੋਏ ਭਾਗ ਨੂੰ ਕਹਿੰਦੇ ਨੇ, ਕਿ ਮਨੁੱਖ ਸਿੱਖਦਾ ਹੈ, ਬਣਿਆ ਬਣਾਇਆ ਇਸ ਨੂੰ ਕੁਝ ਨਹੀਂ ਮਿਲਦਾ, ਇਸ ਨੂੰ ਖੁਦ ਹਰੇਕ ਵਿਅਕਤੀ ਨੂੰ ਖੁਦ ਜਿਹੜਾ ਸਿੱਖਣਾ ਪੈਂਦਾ ਹੈ। ਇਹ ਦੋਵੇਂ ਪਰਿਭਾਸ਼ਾਵਾਂ ਸੱਭਿਆਚਾਰ ਦੇ ਮਹੱਤਵਪੂਰਨ ਅੰਸ਼ਾਂ ਨੂੰ ਪੇਸ਼ ਕਰਦੀਆਂ ਨੇ। ਪਹਿਲੀ ਵਿੱਚ ਪ੍ਰਕਿਰਤੀ ਨਾਲ ਮਨੁੱਖ ਦੀ ਸਦੀਵੀ ਜੱਦੋ-ਜਹਿਦ ਦਾ ਆਧਾਰ ਬਣਾਇਆ। ਹੁਣ ਇਹਦੇ ਵਿੱਚ ਕੀ ਹੈ? ਪ੍ਰਕਿਰਤੀ ਨਾਲ ਜੱਦੋ-ਜਹਿਦ ਕਰਕੇ ਹੀ ਮਨੁੱਖ ਨੇ ਸਭ ਕੁਝ ਸਿਰਜਿਆ ਹੈ। ਕੁਦਰਤੀ ਜਿਹੜੀਆਂ ਚੀਜ਼ਾਂ ਮਿਲਦੀਆਂ ਨੇ, ਉਸਨੂੰ ਕੁਦਰਤੀ ਪਦਾਰਥ ਮਿਲਦੇ ਨੇ, ਉਹਦੇ ਉੱਤੇ ਆਪਣੀ ਕਿਰਤ ਲਾ ਕੇ ਉਸਨੇ ਰੂਪ ਪਰਿਵਰਤਨ ਕਰਕੇ ਘਰ ਬਣਾਏ ਨੇ, ਸੰਦ ਬਣਾਏ ਨੇ, ਚੀਜ਼ਾਂ, ਵਸਤਾਂ, ਕੱਪੜਾ ਲੱਤਾ, ਭੋਜਨ ਦਾ ਵੀ ਰੂਪ ਪਰਿਵਰਤਨ ਕਰਦੇ ਹਾਂ, ਅਸੀਂ ਪਕਾਉਂਦੇ ਹਾਂ ਉਸਨੂੰ। ਇਹ ਸਾਰੀਆਂ ਵਿਧੀਆਂ ਢੰਗ ਉਸਨੇ ਆਪ ਬਣਾਏ ਨੇ। ਤਾਂ ਇਸ ਲਈ ਉਹ ਕਹਿੰਦਾ ਕਿ ਇਹਦੇ ਲਈ ਉਸਨੂੰ ਪ੍ਰਕਿਰਤੀ ਨਾਲ ਜਿਹੜਾ ਹੈ ਜੱਦੋ-ਜਹਿਦ ਵੀ ਕਰਨੀ ਪਈ ਹੈ। ਸੱਭਿਆਚਾਰ ਇਸੇ ਜੱਦੋ-ਜਹਿਦ ਅਰਥਾਤ ਪ੍ਰਕਿਰਤੀ ਨੂੰ ਆਪਣੇ ਅਧੀਨ ਕਰਨ ਦੇ ਘੋਲ ਦਾ ਹੀ ਸਿੱਟਾ ਹੈ। ਪ੍ਰਕਿਰਤੀ ਨੂੰ ਆਪਣੇ ਅਧੀਨ ਕਰਨਾ, ਕਿ ਪ੍ਰਕਿਰਤਿਕ ਰੂਪ ਦੇ ਵਿੱਚ ਤਾਂ ਕੋਈ ਪਦਾਰਥ ਐਵੇਂ ਮਿਲਦਾ ਹੈ, ਪਰ ਮਨੁੱਖ ਉਸਨੂੰ ਉਵੇਂ ਦਾ ਉਵੇਂ ਨਹੀਂ ਅਪਣਾਉਂਦਾ, ਉਹ ਆਪਣੀ ਮਰਜ਼ੀ ਅਨੁਸਾਰ ਬਦਲ ਕੇ ਅਪਣਾਉਂਦਾ ਹੈ। ਤਾਂ ਪ੍ਰਕਿਰਤੀ ਨੂੰ ਆਪਣੇ ਅਧੀਨ ਕਰਨ ਦੀ ਹੀ ਗੱਲ ਹੈ।
ਦੂਜੀ ਵਿੱਚ ਮਨੁੱਖੀ ਵਿਵਹਾਰ ਦੇ ਸਿੱਖੇ ਹੋਣ ਨੂੰ ਅਰਥਾਤ ਗ੍ਰਹਿਣ ਕੀਤੇ ਹੋਣ ਨੂੰ ਸੱਭਿਆਚਾਰਕ ਹੈ। ਦੂਜੀ ਜਿਹੜੀ ਪਰਿਭਾਸ਼ਾ ਦਾ ਦੂਜਾ ਹਿੱਸਾ ਹੈ। ਇਸ ਤਰ੍ਹਾਂ ਇਹ ਪਰਿਭਾਸ਼ਾ ਨਾ ਸਿਰਫ ਟਾਇਲਰ ਦੀ ਪਰਿਭਾਸ਼ਾ ਦੇ ਇੱਕ ਹਿੱਸੇ ਨੂੰ ਹੀ ਦੁਹਰਾਉਂਦੀ ਹੈ, ਸਗੋਂ ਅਸਪਸ਼ਟ ਅਤੇ ਜਿਹੜੀ ਹੈ ਸੀਮਿਤ ਵੀ ਹੈ। ਇਹ 2 ਲਾਈਨਾਂ 'ਚ ਹੀ ਦੱਸਿਆ। ਇਸ ਮਗਰੋਂ ਅਤੇ ਇਹ ਮਗਰਲੀ ਪਰਿਭਾਸ਼ਾ ਉੱਤੇ ਵਿਹਾਰਵਾਦੀ ਪਹੁੰਚ ਦਾ ਅਸਰ ਹੈ ਜੋ ਅਮਰੀਕੀ ਮਾਨਵ ਵਿਗਿਆਨੀਆਂ ਉੱਪਰ ਹਾਵੀ ਰਹੀ। ਅਮਰੀਕੀ ਵਿਸ਼ਵਕੋਸ਼ ਕੀ ਕਹਿੰਦਾ ਹੈ ਕਿ ਸੱਭਿਆਚਾਰ ਕੀ ਹੈ? ਸੱਭਿਆਚਾਰ ਕਿਸੇ ਸਮਾਜ ਦਾ ਵਿਹਾਰਕ ਵਸਤੂ ਹੁੰਦਾ ਹੈ। ਵਿਹਾਰਕ ਜੋ ਪ੍ਰੈਕਟੀਕਲੀ ਨਜ਼ਰ ਆਉਂਦਾ ਹੈ, ਜੋ ਸਾਡੇ ਬਿਹੇਵੀਅਰ ਦੇ ਵਿੱਚ ਨਜ਼ਰ ਆਉਂਦਾ ਹੈ, ਜਿਸ ਤਰੀਕੇ ਨਾਲ ਅਸੀਂ ਵਿਹਾਰ ਕਰਦੇ ਹਾਂ, ਉਹ ਸਭ ਕੁਝ ਜਿਹੜਾ ਸੱਭਿਆਚਾਰ ਹੁੰਦਾ ਹੈ। 2 ਹੋਰ ਅਮਰੀਕੀ ਮਾਨਵ ਵਿਗਿਆਨੀ ਨੇ, ਕਰੋਬਰ ਅਤੇ ਕਲਾਕਹੌਨ ਨੇ। ਉਹ ਵੀ ਸੱਭਿਆਚਾਰ ਨੂੰ ਵਿਹਾਰ ਦੇ ਅਤੇ ਵਿਹਾਰ ਲਈ ਪ੍ਰਤੱਖ ਅਤੇ ਪਰੋਖ ਪੈਟਰਨਾਂ ਵਜੋਂ ਲੈਂਦੇ ਨੇ। ਪੈਟਰਨ ਕੀ ਹੁੰਦੇ ਨੇ? ਪੈਟਰਨ ਐਕਚੁਅਲੀ ਬੇਟੇ ਹੁੰਦੇ ਨੇ ਡਿਜ਼ਾਈਨ। ਅਸੀਂ ਜੇਕਰ ਉਹ ਤਾਂ ਬਹੁਤ ਇੰਟਰਸਟਿੰਗ ਹੈ ਪੈਟਰਨ ਦੀ ਪਰਿਭਾਸ਼ਾ ਜਿਹੜੀ ਹੈ, ਜੇ ਆਪਾਂ ਐਗਜ਼ਾਮਪਲੀਫਾਈ ਕਰਕੇ ਉਸ ਨੂੰ ਸਮਝੀਏ। ਮੈਂ ਐਗਜ਼ਾਮਪਲ ਦਿੰਦੀ ਹੁੰਦੀ ਹਾਂ, ਜਿਵੇਂ ਆਪਣੇ ਸੂਟਾਂ ਦੇ ਵਿੱਚ ਪ੍ਰਿੰਟ ਨੇ, ਉਹ ਪ੍ਰਿੰਟ ਥਰੂ ਆਊਟ ਡਿਫਰੈਂਟ ਨਹੀਂ ਹੁੰਦਾ, ਉਹ ਕੁਝ ਕੁ ਹਿੱਸਾ ਹੁੰਦਾ ਫਿਰ ਉਹਦੀ ਦੁਹਰਾਈ ਹੁੰਦੀ ਹੈ, ਫਿਰ ਦੁਹਰਾਈ। ਜਿਵੇਂ ਛਾਪਾ ਹੁੰਦਾ ਨਾ, ਇੱਕ ਵਾਰੀ ਛਾਪਾ ਲੱਗ ਗਿਆ, ਸੇਮ ਉਹਦਾ ਦੁਬਾਰਾ ਛਾਪਾ, ਫਿਰ ਉਹਦਾ ਛਾਪਾ, ਫਿਰ ਉਹਦਾ ਛਾਪਾ, ਐਦਾਂ ਕਰਕੇ ਉਹ ਪੈਟਰਨ ਬਣ ਜਾਂਦਾ ਹੈ। ਪੈਟਰਨ ਮਤਲਬ ਕਿ ਜਿਹਦੇ ਵਿੱਚ ਦੁਹਰਾਈ ਸਾਨੂੰ ਨਜ਼ਰ ਆਉਂਦੀ ਹੈ, ਉਹਨਾਂ ਨੂੰ ਅਸੀਂ ਪੈਟਰਨ ਕਹਿੰਦੇ ਹਾਂ। ਹੁਣ ਇਹ ਕੀ ਹੈ? ਵਿਹਾਰ ਦੇ ਅਤੇ ਵਿਹਾਰ ਲਈ ਪ੍ਰਤੱਖ ਅਤੇ ਪਰੋਖ ਪੈਟਰਨ। ਪ੍ਰਤੱਖ ਜਿਹੜੇ ਸਪਸ਼ਟ ਸਾਹਮਣੇ ਨਜ਼ਰ ਆਉਂਦੇ ਨੇ, ਪਰੋਖ ਜਿਹੜੇ ਨਜ਼ਰ ਨਹੀਂ ਆਉਂਦੇ ਪਰ ਸਾਡੇ ਬਿਹੇਵੀਅਰ 'ਚ ਹੈਗੇ ਨੇ, ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ। ਇਹ ਕੀ ਨੇ? ਇਹ ਵਿਹਾਰ ਹੈ, ਬਿਹੇਵੀਅਰ ਹੈ। ਬਿਹੇਵੀਅਰ ਦੇ ਪੈਟਰਨ ਕਿਵੇਂ ਹੈ? ਇਹ ਪੀੜ੍ਹੀ ਦਰ ਪੀੜ੍ਹੀ ਨਜ਼ਰ ਆਉਂਦੇ ਨੇ। ਪਿਛਲੀ ਪੀੜ੍ਹੀ ਜਿਵੇਂ ਕਰਦੀ ਸੀ, ਅਗਲੀ ਪੀੜ੍ਹੀ ਵੀ ਉਵੇਂ ਇੱਕ ਛਾਪਾ ਹੋਰ ਲੱਗ ਗਿਆ, ਫਿਰ ਅਗਲੀ ਪੀੜ੍ਹੀ ਫਿਰ ਇੱਕ ਹੋਰ ਛਾਪਾ ਲੱਗ ਗਿਆ। ਤਾਂ ਇਸ ਤਰ੍ਹਾਂ ਇਹਦੇ ਪੈਟਰਨ ਨਜ਼ਰ ਆਉਂਦੇ ਨੇ। ਕਹਿਣ ਤੋਂ ਭਾਵ ਪੀੜ੍ਹੀ ਦਰ ਪੀੜ੍ਹੀ ਇਹਨਾਂ ਦੀ ਦੁਹਰਾਈ ਨਜ਼ਰ ਆਉਂਦੀ, ਥੋੜੇ ਬਹੁਤ ਫੇਰ ਬਦਲ ਨਾਲ ਇਹ ਦੁਹਰਾਈ ਜਿਹੜੀ ਹੈ ਨਜ਼ਰ ਆਉਂਦੀ ਹੈ। ਕਿ ਇਹਦਾ ਮਤਲਬ ਅਸੀਂ ਆਪਣੀ ਪਿਛਲੀ ਪੀੜ੍ਹੀ ਦੀ ਰੀਸ ਕਰ ਰਹੇ ਹੁੰਦੇ ਹਾਂ, ਅਗਲੀ ਪੀੜ੍ਹੀ ਸਾਡੀ ਕਰੇਗੀ। ਜਦੋਂ ਐਟ ਏ ਟਾਈਮ ਅਸੀਂ 3 ਪੀੜ੍ਹੀਆਂ ਦੇਖਦੇ ਹਾਂ ਨਾ, ਤਾਂ ਤਿੰਨਾਂ ਦਾ ਬਿਹੇਵੀਅਰ ਇੱਕੋ ਜਿਹਾ ਨਜ਼ਰ ਆਉਂਦਾ ਹੈ। ਪਹਿਲੀ ਪੀੜ੍ਹੀ ਦਾ ਇੱਕ ਛਾਪਾ, ਦੂਜੀ ਦਾ ਛਾਪਾ, ਤੀਜੀ ਦਾ ਛਾਪਾ, ਇਸ ਤਰ੍ਹਾਂ ਇਹ ਲਗਾਤਾਰ ਬਣਦੇ ਜਾਂਦੇ ਨੇ ਤੇ ਅਸੀਂ ਇਹਨਾਂ ਨੂੰ ਕਹਿ ਦਿੰਦੇ ਹਾਂ ਕਿ ਇਹ ਪੈਟਰਨ ਬਣਦੇ ਜਾਂਦੇ ਨੇ। ਇਹ ਦੁਹਰਾਈਆਂ, ਇਹ ਡਿਜ਼ਾਈਨ ਹੁੰਦੇ ਨੇ ਜਿਹਦੇ ਅਕੋਰਡਿੰਗਲੀ ਉਹ ਪੀੜ੍ਹੀ ਆਪਣੀ ਜੀਵਨ ਦੀ ਜਿਹੜੀ ਜਾਂਚ ਹੈ ਉਹ ਅੱਗੇ ਤੋਰਦੀ ਹੈ। ਸੋ ਇਹ ਡਿਜ਼ਾਈਨ ਇਹਦੇ 'ਚ ਸ਼ਾਮਲ ਨੇ ਜਿਹੜੇ ਕਿ ਇਤਿਹਾਸਕ ਤੌਰ ਤੇ ਸਿਰਜੇ ਗਏ ਨੇ, ਇਤਿਹਾਸਕ ਤੌਰ ਤੇ ਪਿਛਲੀਆਂ ਪੀੜ੍ਹੀਆਂ ਸਿਰਜਦੀਆਂ ਨੇ ਤੇ ਕਿਸੇ ਨਿਸ਼ਚਿਤ ਸਮੇਂ ਮਨੁੱਖੀ ਵਿਹਾਰ ਲਈ ਸੰਭਾਵੀ ਰਾਹ ਦਿਖਾਵੇ ਵੀ ਹੁੰਦੇ ਨੇ। ਰਾਹ ਦਿਖਾਵਾ ਕੌਣ? ਪਿਛਲੀ ਪੀੜ੍ਹੀ ਸਾਨੂੰ ਰਾਹ ਦਿਖਾਉਣ ਲਈ ਹੁੰਦੀ ਹੈ। ਅਸੀਂ ਬਹੁਤ ਸਾਰੇ ਕੰਮਾਂ ਕਾਰਾਂ 'ਚ ਆਪਣੇ ਵੱਡਿਆਂ ਤੋਂ ਪੁੱਛਦੇ ਹਾਂ ਕਿ ਆਹ ਕਿਵੇਂ ਕਰਨਾ ਹੈ, ਆਹ ਕਿਵੇਂ ਕਰਨਾ ਹੈ, ਉਹ ਦੱਸਦੇ ਨੇ ਸਾਨੂੰ ਭਾਈ ਇਹ ਐਵੇਂ ਕਰਨਾ ਹੈ, ਇਹ ਐਦਾਂ ਕਰੀਦਾ ਹੁੰਦਾ ਹੈ। ਇਹ ਸਾਰੀਆਂ ਚੀਜ਼ਾਂ ਰਾਹ ਦਿਖਾਵੇ ਹੁੰਦੇ ਨੇ। ਉਪਰੋਕਤ ਪਰਿਭਾਸ਼ਾਵਾਂ ਤੋਂ ਸੱਭਿਆਚਾਰ ਦੇ ਜਿਹੜੇ ਸਪਸ਼ਟ ਤੱਤ ਮਿਲਦੇ ਨੇ ਸਾਨੂੰ, ਉਹ ਕਿਹੜੇ-ਕਿਹੜੇ ਨੇ? ਪਹਿਲਾ ਕਿ ਸੱਭਿਆਚਾਰ ਕਿਸੇ ਮਨੁੱਖੀ ਸਮਾਜ ਦਾ ਹੀ ਹੋ ਸਕਦਾ ਹੈ। ਦੂਜਾ, ਇਹ ਸਮਾਜ ਰਾਹੀਂ ਗ੍ਰਹਿਣ ਕੀਤਾ ਜਾਂਦਾ ਹੈ। ਤੀਜਾ, ਇਸ ਨੂੰ ਵਿਹਾਰ ਦੇ ਪੈਟਰਨ ਜਾਂ ਰਹਿਣੀ ਬਹਿਣੀ ਜਿਸ ਨੂੰ ਅਸੀਂ ਕਹਿੰਦੇ ਹਾਂ ਦੇ ਡਿਜ਼ਾਈਨ ਵਜੋਂ ਪਛਾਣਿਆ ਜਾ ਸਕਦਾ ਹੈ। ਇਹ ਪੈਟਰਨ ਜਾਂ ਡਿਜ਼ਾਈਨ ਇਤਿਹਾਸਕ ਅਮਲ ਦਾ ਸਿੱਟਾ ਹੁੰਦੇ ਨੇ, ਇੱਕ ਦਿਨ 'ਚ ਨਹੀਂ ਬਣ ਗਏ ਇਹ ਫੁੱਲ ਬੂਟੀਆਂ ਸਾਰੀਆਂ। ਇਹਦੇ 'ਚ ਥੋੜਾ ਬਹੁਤ ਸਾਰੀਆਂ ਪੀੜ੍ਹੀਆਂ ਦਾ ਹਿੱਸਾ ਹੁੰਦਾ, ਪਿਛਲੀਆਂ ਪੀੜ੍ਹੀਆਂ ਦਾ, ਤਾਂ ਉਹ ਅਗਲੀ ਪੀੜ੍ਹੀ ਨੂੰ ਜਿਹੜਾ ਹੈ ਉਹ ਦਿੰਦੀ ਹੈ। ਜਿਹੜੀਆਂ ਗੱਲਾਂ ਇਹਨਾਂ ਪਰਿਭਾਸ਼ਾ ਤੋਂ ਸਪਸ਼ਟ ਨਹੀਂ ਹੁੰਦੀਆਂ ਉਹ ਇਹ ਨੇ ਕਿ ਸਮਾਜ ਵਾਂਗ ਸੱਭਿਆਚਾਰ ਵੀ ਨਿਰੰਤਰ ਬਦਲਦਾ ਰਹਿੰਦਾ। ਇਹ ਚੀਜ਼ ਹੈ ਪਰਿਭਾਸ਼ਾ ਦੇ ਵਿੱਚ, ਇਹ ਗੱਲ ਨਹੀਂ ਆਈ ਕਦੇ ਵੀ ਸੱਭਿਆਚਾਰ ਖੜਦਾ ਨਹੀਂ ਹੈ ਜਾਂ ਖੜੋਤ ਨਹੀਂ ਹੈ ਉਹਦੇ ਵਿੱਚ, ਉਹ ਗਤੀਸ਼ੀਲ ਹੈ। ਜਿਹੜੀ ਚੀਜ਼ ਬਦਲੇਗੀ ਉਹ ਗਤੀਸ਼ੀਲ ਹੋਏਗੀ, ਉਹ ਅੱਗੇ ਵੱਧਦੀ ਜਾਏਗੀ। ਇਹਦਾ ਮਤਲਬ ਸੱਭਿਆਚਾਰ ਦੇ ਵਿੱਚ ਵੀ ਬਹੁਤ ਕੁਝ ਅਜਿਹਾ ਹੈ ਜਿਹੜਾ ਹਮੇਸ਼ਾ ਲਈ ਨਹੀਂ ਹੁੰਦਾ। ਪਿਛਲੀਆਂ ਪੀੜ੍ਹੀਆਂ ਉਸਨੂੰ ਨਿਭਾਉਂਦੀਆਂ ਨੇ, ਅਗਲੀ ਪੀੜ੍ਹੀ ਜਦੋਂ ਲੈਂਦੀ ਹੈ ਉਹਦੇ 'ਚ ਕੁਝ ਜਿਹੜਾ ਹੈ ਤਬਦੀਲ ਕਰ ਲੈਂਦੀ ਹੈ ਸਮੇਂ ਅਨੁਸਾਰ, ਲੋੜ ਅਨੁਸਾਰ। ਕਿਉਂਕਿ ਜਿਹੜੀ ਅਸੀਂ ਕਹੀ ਗਏ ਸਾਡੀ ਉਹ ਪਿਛਲੀ 20ਵੀਂ 22ਵੀਂ ਪੀੜ੍ਹੀ ਨੂੰ ਜਿਹੜੀ ਚੀਜ਼ ਦੀ ਲੋੜ ਸੀ, ਅੱਜ ਜੀਵਨ ਦੀਆਂ ਲੋੜਾਂ ਬਦਲ ਗਈਆਂ ਨੇ। ਤਾਂ ਜਿਵੇਂ ਸਾਡੀਆਂ ਲੋੜਾਂ ਬਦਲਦੀਆਂ ਨੇ, ਅਸੀਂ ਥੋੜਾ ਬਹੁਤ ਆਪਣੇ ਸੱਭਿਆਚਾਰਕ ਯਾਨੀ ਕਿ ਆਪਣੀ ਜੀਵਨ ਜਾਂਚ, ਆਪਣੀ ਰਹਿਣੀ ਬਹਿਣੀ ਨੂੰ ਵੀ ਬਦਲਦੇ ਹਾਂ। ਇਹ ਬਦਲਾਅ ਸਾਨੂੰ ਬਹੁਤ ਜ਼ਿਆਦਾ ਨਜ਼ਰ ਆਉਂਦੇ ਨੇ। ਤੁਹਾਡੇ ਵੀ ਪੇਰੈਂਟਸ ਕਹਿੰਦੇ ਹੋਣਗੇ ਕਿ ਸਾਡੇ ਵੇਲੇ ਤਾਂ ਐਂ ਹੁੰਦਾ ਸੀ ਭਾਈ, ਹੁਣ ਤੁਸੀਂ ਐਂ ਕਰਦੇ ਹੋ, ਜਾਂ ਹੁਣ ਤੁਸੀਂ ਪੜ੍ਹ ਰਹੇ ਹੋ, ਅਸੀਂ ਤਾਂ ਫੱਟੀਆਂ ਤੇ ਪੜ੍ਹੇ ਹੁੰਦੇ ਸੀ ਤੇ ਤੁਸੀਂ ਆ ਮੋਬਾਈਲਾਂ ਤੇ, ਤੁਸੀਂ ਆਨਲਾਈਨ ਇਹ ਪੜ੍ਹਦੇ। ਇਹ ਚੇਂਜਸ ਨੇ, ਇਹ ਸਾਡੀ ਰਹਿਣੀ ਬਹਿਣੀ ਦੀਆਂ ਬਹੁਤ ਪੱਧਰ ਤੇ ਸਾਨੂੰ ਚੇਂਜਸ ਨਜ਼ਰ ਆਉਂਦੀਆਂ ਨੇ। ਤਾਂ ਇਸ ਨੂੰ ਅਸੀਂ ਇਹ ਨਹੀਂ ਕਹਾਂਗੇ ਕਿ ਅਸੀਂ ਆਪਣਾ ਸੱਭਿਆਚਾਰ ਛੱਡ ਰਹੇ ਹਾਂ, ਅਸੀਂ ਆਪਣੇ ਸੱਭਿਆਚਾਰ ਨੂੰ ਗਤੀਸ਼ੀਲ ਰੱਖ ਲਿਆ, ਉਹਨੂੰ ਵਿਕਾਸ ਜਿਹੜਾ ਹੈ ਉਹਦਾ ਹੁੰਦਾ ਜਾਂਦਾ ਹੈ, ਉਹਦੇ 'ਚ ਤਬਦੀਲੀਆਂ ਵਾਪਰਦੀਆਂ ਜਾਂਦੀਆਂ ਨੇ। ਤਾਂ ਇਹੀ ਉਸ ਨੂੰ ਕਹਿ ਲਓ ਕਿ ਨਵਾਂ ਨਰੋਆ ਰੱਖਦੀ ਹੈ, ਔਰ ਇਹ ਜ਼ਰੂਰੀ ਵੀ ਹੈ। ਜਿਹੜੇ ਸੱਭਿਆਚਾਰ ਖੜ ਜਾਂਦੇ ਨੇ ਉਹ ਸਮੇਂ ਅਨੁਸਾਰ ਉਹ ਫਿਰ ਖਤਮ ਹੋ ਜਾਂਦੇ ਨੇ। ਇਸ ਦਾ ਕੋਈ ਸਰਬਕਾਲੀ, ਸਰਬ ਸਥਾਨਕ ਜਾਂ ਸਰਬ ਸਮਾਜਿਕ ਸਰੂਪ ਨਹੀਂ ਹੁੰਦਾ ਕਿ ਇੱਦਾਂ ਹੀ ਲਾਗੂ ਹੋਣਾ ਹਮੇਸ਼ਾ, ਨਹੀਂ। ਇਹਦੇ ਵਿੱਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਨੇ। ਇਸ ਨੂੰ ਇਤਿਹਾਸਕ ਅਮਲ ਦਾ ਸਿੱਟਾ ਕਹਿ ਦੇਣ ਨਾਲ ਵੀ ਗੱਲ ਸਪਸ਼ਟ ਨਹੀਂ ਹੁੰਦੀ। ਕਿਸੇ ਵੀ ਸੱਭਿਆਚਾਰਕ
ਕਿਸੇ ਵੀ ਸੱਭਿਆਚਾਰ ਨੂੰ ਠੋਸ ਢੰਗ ਨਾਲ ਪਛਾਣਨ ਲਈ ਇਸ ਨੂੰ ਨਿਸ਼ਚਿਤ ਸਮੇਂ ਤੇ ਸਥਾਨ ਦੀਆਂ ਸੇਵਾਵਾਂ ਦੇ ਅੰਦਰ ਰੱਖ ਕੇ ਦੇਖਣਾ ਜ਼ਰੂਰੀ ਹੁੰਦਾ ਹੈ। ਹੁਣ ਨਿਸ਼ਚਿਤ ਸਮਾਂ ਤੇ ਸਥਾਨ, ਹੁਣ ਜੇ ਸਥਾਨ ਦੇਖੀਏ ਤਾਂ ਅਸੀਂ ਬਠਿੰਡਾ ਲੈ ਲਓ। ਨਿਸ਼ਚਿਤ ਸਮਾਂ ਕਿਹੜਾ ਲਈਏ? ਚਲੋ ਜੀ 1900 ਤੋਂ 2000 ਤੱਕ, ਠੀਕ ਹੈ, 1950 ਤੋਂ 2000 ਤੱਕ, ਜਾਂ 2000 ਆਪਾਂ ਕਹਿ ਸਕਦੇ ਹਾਂ ਕਿ 2000 ਤੋਂ ਅੱਗੇ ਅਸੀਂ 2001 ਤੱਕ, ਕੋਈ ਵੀ ਇੱਕ ਨਿਸ਼ਚਿਤ ਸਮਾਂ ਜਦੋਂ ਅਸੀਂ ਦੇਖਦੇ ਹਾਂ ਫਿਰ ਉਹਦੇ ਵਿੱਚ ਜੋ ਕੁਝ ਮਿਲਦਾ ਹੈ ਸਾਨੂੰ ਸਟੱਡੀ ਅਸੀਂ ਉਹਦੀ ਕਰਦੇ ਹਾਂ ਤਾਂ ਉਹ ਸਾਡਾ ਸੱਭਿਆਚਾਰ ਜਿਹੜਾ ਹੈ ਉਹ ਹੁੰਦਾ। ਇਹ ਸਮਾਂ ਕੁਦਰਤੀ ਤੌਰ ਤੇ, ਇੱਕ ਇਤਿਹਾਸਕ ਤੌਰ ਤੇ ਵੀ ਹੋ ਸਕਦਾ ਹੈ, ਯੁੱਗ ਜਾਂ ਕੋਈ ਪੜਾਅ ਵੀ ਹੋ ਸਕਦਾ ਹੈ, ਜਿਸ ਦੇ ਹਵਾਲੇ ਤੋਂ ਬਿਨਾਂ ਸੱਭਿਆਚਾਰ ਨੂੰ ਸਮਝਣਾ ਸੰਭਵ ਨਹੀਂ। ਅਸ਼ੋਕ ਦੇ ਸਮੇਂ ਤੇ ਮੁਗਲਾਂ ਦੇ ਸਮੇਂ ਦੇ ਸੱਭਿਆਚਾਰ ਇੱਕ ਨਹੀਂ ਹੋ ਸਕਦੇ, ਬਦਲ ਗਿਆ। ਅਸ਼ੋਕ ਦੇ ਪੀਰੀਅਡ 'ਚ ਹੋਰ ਸੀ, ਮੁਗਲਾਂ ਦੇ ਪੀਰੀਅਡ 'ਚ ਹੋਰ ਸੀ, ਅੰਗਰੇਜ਼ਾਂ ਦੇ ਪੀਰੀਅਡ 'ਚ ਕੁਝ ਹੋਰ ਸੀ, ਤੇ ਅੰਗਰੇਜ਼ਾਂ ਤੋਂ ਬਾਅਦ ਕੁਝ ਹੋਰ ਸੀ, ਹੁਣ ਕੁਝ ਹੋਰ ਹੈ। ਮੱਧਕਾਲੀ ਪੰਜਾਬ ਤੇ ਅੱਜ ਦੇ ਪੰਜਾਬ ਦੇ ਸੱਭਿਆਚਾਰ ਦੀ ਨੁਹਾਰ ਵਿੱਚ ਬੁਨਿਆਦੀ ਫਰਕ ਵੇਖੇ ਜਾ ਸਕਦੇ ਨੇ। ਇਸ ਤਰ੍ਹਾਂ ਵਿਹਾਰ ਦੇ ਪੈਟਰਨ ਜਾਂ ਡਿਜ਼ਾਈਨ ਵੀ ਅਸਪਸ਼ਟ ਸੰਕਲਪ ਹਨ, ਇਹ ਵੀ ਬਦਲਦੇ ਨੇ, ਅਤੇ ਪੱਛਮੀ ਵਿਗਿਆਨੀਆਂ ਅਤੇ ਖਾਸ ਕਰਕੇ ਸਮਾਜ ਵਿਗਿਆਨੀਆਂ ਦੀ ਇਸ ਫਿਕਰਮੰਦੀ ਵਿੱਚੋਂ ਨਿਕਲੇ ਨੇ ਕਿ ਵਿਗਿਆਨ ਨੂੰ ਨਿਰਪੱਖ ਅਤੇ ਕਦਰ ਮੁਕਤ, ਵੈਲਿਊ ਮੁਕਤ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ। ਪਰ ਸੱਭਿਆਚਾਰ ਸਿਰਫ ਵਿਹਾਰ ਦੇ ਪੈਟਰਨ ਜਾਂ ਡਿਜ਼ਾਈਨਾਂ ਦਾ ਨਾਮ ਹੀ ਨਹੀਂ ਹੁੰਦਾ, ਸਗੋਂ ਇਹਨਾਂ ਪ੍ਰਤੀ ਵਤੀਰੇ ਘੜਨ ਦਾ ਵੀ ਨਾਮ ਹੁੰਦਾ ਕਿ ਇਹਨਾਂ ਪ੍ਰਤੀ ਸਾਡੀ ਅਪਰੋਚ ਕੀ ਹੈ। ਇਸ ਲਈ ਕਦਰਾਂ ਕੀਮਤਾਂ ਦੇ ਹਵਾਲੇ ਤੋਂ ਬਿਨਾਂ ਸੱਭਿਆਚਾਰ ਦਾ ਸੰਕਲਪ ਪੂਰਾ ਨਹੀਂ ਹੁੰਦਾ। ਵੈਲਿਊ ਸਿਸਟਮ ਕੀ ਹੈ ਉਹ ਪਰਿਭਾਸ਼ਾਵਾਂ ਦੇ ਵਿੱਚ ਨਹੀਂ ਆਇਆ ਕਿ ਸਾਡੀਆਂ ਕਦਰਾਂ ਕੀਮਤਾਂ ਜਿਹੜੀਆਂ ਨੇ ਉਹ ਵੀ ਇਹਦੇ ਵਿੱਚ ਹੁੰਦੀਆਂ। ਸਗੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਕਦਰਾਂ ਕੀਮਤਾਂ ਸੱਭਿਆਚਾਰ ਲਈ ਬੁਨਿਆਦੀ ਸੰਕਲਪ ਨੇ ਕਿ ਜੀਵਨ ਦਾ ਪੱਧਰ ਕੀ ਹੋਵੇ, ਅਸੀਂ ਡਿਫਾਈਨ ਕਿਵੇਂ ਕਰਦੇ ਹਾਂ। ਕੋਈ ਵੀ ਚੀਜ਼ ਕਿਸੇ ਸੱਭਿਆਚਾਰ ਦੀ ਕਦਰ ਪ੍ਰਣਾਲੀ ਵਿੱਚ ਸਥਾਨ ਪਾ ਕੇ ਹੀ ਉਸ ਸੱਭਿਆਚਾਰ ਦਾ ਅੰਗ ਬਣੇਗੀ। ਕੋਈ ਵੀ ਸਾਡਾ ਵਿਹਾਰ ਹੋਵੇ, ਸਾਡਾ ਕਲਚਰ, ਖਾਣ ਪੀਣ, ਪਹਿਰਾਵਾ, ਇਹ ਜਦ ਤੱਕ ਸਾਡੀ ਵੈਲਿਊ ਸਿਸਟਮ ਦੇ ਅਨੁਸਾਰ ਨਹੀਂ ਨਾ ਹੁੰਦਾ ਉਦੋਂ ਤੱਕ ਅਸੀਂ ਉਸਨੂੰ ਅਪਣਾਉਂਦੇ ਨਹੀਂ। ਮੰਨ ਲਓ ਅਸੀਂ ਕਹਿੰਦੇ ਕਿ ਜਿਹੜੇ ਅੱਜ ਕੱਲ੍ਹ ਆਪਾਂ ਕਹਿ ਸਕਦੇ ਕਿ ਖੁੱਲ੍ਹਾ ਪਹਿਰਾਵਾ ਪਾਇਆ ਜਾਂਦਾ ਤਰ੍ਹਾਂ ਤਰ੍ਹਾਂ ਦਾ, ਜਾਂ ਆਪਾਂ ਕਹਿੰਦੇ ਕਿ ਸ਼ਾਰਟ ਕੱਪੜੇ ਨੇ, ਤਾਂ ਇਹ ਚੀਜ਼ਾਂ ਨੇ ਆ ਰਹੀਆਂ ਨੇ, ਠੀਕ ਹੈ, ਪਰ ਨਾਲੋਂ ਨਾਲ ਅਸੀਂ ਉਸਨੂੰ ਉਨਾ ਕੁ ਹੀ ਹਜਮ ਕਰ ਪਾਉਂਦੇ ਹਾਂ ਜਿੰਨਾ ਕੁ ਸਾਡੀ ਵੈਲਿਊ ਸਿਸਟਮ ਕਹਿੰਦਾ ਹੈ। ਕਿਤੇ ਸਾਨੂੰ ਲੱਗਣ ਲੱਗ ਜਾਂਦਾ ਕਿ ਨਹੀਂ ਇਹ ਉਹ ਤੋਂ ਕ੍ਰਾਸ ਹੋ ਗਿਆ, ਇੱਥੇ ਤੱਕ ਠੀਕ ਹੈ। ਉਹ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਦੱਸਦੀ ਹੈ ਵੀ ਇੱਥੇ ਤੱਕ ਠੀਕ ਹੈ, ਇਦੋਂ ਅੱਗੇ ਨਹੀਂ? ਉਹ ਕੀ ਚੀਜ਼ ਹੈ? ਉਹ ਸਾਡੀਆਂ ਕਦਰਾਂ ਕੀਮਤਾਂ ਨੇ, ਉਹ ਵੈਲਿਊ ਹੈ ਕਿ ਕੀ ਠੀਕ ਹੈ ਕਿ ਕੀ ਗਲਤ ਹੈ। ਇਹ ਠੀਕ ਗਲਤ ਦਾ ਜਿਹੜਾ ਨਿਰਣਾ ਹੈ ਇਹ ਕੌਣ ਕਰਨ ਦੇ ਵਿੱਚ ਮਦਦ ਕਰਦਾ ਹੈ ਸਾਡੀ? ਇਹ ਸਾਡਾ ਵੈਲਿਊ ਸਿਸਟਮ ਕਰਨ ਦੇ ਵਿੱਚ ਮਦਦ ਕਰਦਾ ਹੈ। ਔਰ ਕੋਈ ਵੀ ਸੱਭਿਆਚਾਰ ਕਦਰਾਂ ਕੀਮਤਾਂ ਤੋਂ ਬਿਨਾਂ ਜਿਹੜਾ ਹੈ ਉਹ ਪੂਰਾ ਅਸੀਂ ਨਹੀਂ ਕਰ ਸਕਦੇ। ਸੋ ਉਪਰੋਕਤ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹਾਂ ਸੱਭਿਆਚਾਰ ਦੀ ਜੇ ਕੋਈ ਪਰਿਭਾਸ਼ਾ ਹੁਣ ਮਿੱਥਣੀ ਹੋਵੇ ਤਾਂ ਅਸੀਂ ਮਿੱਥ ਸਕਦੇ ਹਾਂ। ਲਾਸਟ ਦੇ ਵਿੱਚ ਪਰਿਭਾਸ਼ਾ ਬਾਰੇ ਹੈ। ਸੱਭਿਆਚਾਰ ਕੀ ਹੈ? ਸੱਭਿਆਚਾਰ ਇਕਜੁੱਟ ਹੈ, ਇਕਜੁੱਟ ਸਮੂਹ ਹੈ। ਇਹ ਜਟਿਲ ਸਿਸਟਮ ਹੈ। ਜਟਿਲ ਕਿਉਂ ਹੈ? ਕਿਉਂਕਿ ਉਹਦੇ ਵਿੱਚ ਬਹੁਤ ਭਾਂਤੀ ਚੀਜ਼ਾਂ ਆ ਜਾਂਦੀਆਂ, ਜੀਵਨ ਦਾ ਹਰ ਪੱਖ ਆ ਜਾਂਦਾ, ਇਸ ਲਈ ਇਹ ਜਟਿਲ ਹੈ। ਜਿਸ ਵਿੱਚ ਕਿਸੇ ਮਨੁੱਖੀ ਸਮਾਜ ਦੇ ਨਿਸ਼ਚਿਤ ਇਤਿਹਾਸਕ ਪੜਾਅ ਉੱਤੇ, ਨਿਸ਼ਚਿਤ ਇਤਿਹਾਸਕ ਪੜਾਅ ਅਸੀਂ ਹੁਣੀ ਕਰਕੇ ਆਏ ਹਾਂ ਕਿ ਜਦੋਂ ਅਸੀਂ ਉਹਨੂੰ ਡਿਫਾਈਨ ਕਰਨਾ ਹੋਵੇ ਕਿ ਆਹ ਸੱਭਿਆਚਾਰ ਹੈ, ਫਿਰ ਸਾਨੂੰ ਉਹਦਾ ਇੱਕ ਨਿਸ਼ਚਿਤ ਪੜਾਅ, ਖੁੱਲਾ ਨਹੀਂ ਕਰ ਸਕਦੇ, ਓਪਨ ਐਂਡਡ ਨਹੀਂ। ਉਹਨੂੰ ਅਸੀਂ ਜੇਕਰ ਸਟੱਡੀ ਕਰਨੀ ਹੈ ਤਾਂ ਉਸਨੂੰ ਇੱਕ ਪੜਾਅ ਦੇ ਵਿੱਚ ਬੰਨਣਾ ਪਏਗਾ। 50 ਸਾਲ ਦਾ, 10 ਸਾਲ ਦਾ, 4 ਸਾਲ ਦਾ, 1 ਸਦੀ ਦਾ, ਕੋਈ ਵੀ ਅਸੀਂ ਪੜਾਅ ਜਿਹੜਾ ਮੰਨ ਲਈਏ। ਕਿਸੇ ਇੱਕ ਪੜਾਅ ਉੱਤੇ ਪ੍ਰਚਲਿਤ ਕਦਰਾਂ ਕੀਮਤਾਂ, ਉਹਨਾਂ ਨੂੰ ਪ੍ਰਗਟ ਕਰਦੇ ਮਨੁੱਖੀ ਵਿਹਾਰ, ਉਹਨਾਂ ਨੂੰ ਪ੍ਰਗਟ ਕਰਨ ਦੇ ਪ੍ਰੈਕਟੀਕਲੀ ਸਾਡੇ ਕੋਲ ਮਨੁੱਖੀ ਬਿਹੇਵੀਅਰ ਦੇ ਵਿੱਚ ਉਹ ਚੀਜ਼ਾਂ ਨਜ਼ਰ ਆਉਂਦੀਆਂ ਨੇ। ਜੇ ਨਜ਼ਰ ਆਉਂਦੀਆਂ ਨੇ ਤਾਂ ਉਹਨਾਂ ਦੇ ਪੈਟਰਨ, ਦੁਹਰਾਈ ਉਹਨਾਂ ਦੀ ਕਿੰਨੀ ਕੁ ਹੈ, ਉਹਨਾਂ ਦੇ ਡਿਜ਼ਾਈਨ ਕਿਹੋ ਜਿਹੇ ਨੇ। ਅਤੇ ਪਦਾਰਥ ਸਾਰੀਆਂ ਚੀਜ਼ਾਂ, ਵਸਤਾਂ ਜਿਹੜੀਆਂ ਮਨੁੱਖ ਨੇ ਘੜੀਆਂ ਨੇ, ਠੀਕ ਹੈ, ਸਾਡੇ ਘਰਾਂ 'ਚ ਕਿੰਨਾ ਕੁਛ ਹੈ, ਸਾਡੇ ਖੇਤੀਬਾੜੀ, ਆਲੇ ਦੁਆਲੇ, ਸਾਡੀਆਂ ਇਮਾਰਤਾਂ, ਹਰ ਚੀਜ਼ ਜਿਹੜੀ ਹੈ ਉਹ ਪਦਾਰਥ, ਜਿਸ ਦੇ ਉੱਤੇ ਉਹਨੇ ਮਨੁੱਖ ਨੇ ਕਿਰਤ ਲਾ ਕੇ ਆਪਣੇ ਲਈ ਉਸਨੂੰ ਵਰਤੋਂ ਯੋਗ ਬਣਾਇਆ ਹੈ, ਠੀਕ ਹੈ। ਉਹ ਭਾਵੇਂ ਸਾਡੇ ਦਰੀਆਂ ਖੇਸੀ ਕਿਉਂ ਨਾ ਹੋਣ, ਉਹ ਵੀ ਅਸੀਂ ਰੂਪ ਬਦਲ ਕੇ ਉਹਨੂੰ ਤੇ ਉਹਨੂੰ ਕੱਤ ਕੇ, ਤੁੰਬ ਕੇ, ਸਾਰਾ ਰੰਗ ਕੇ ਫਿਰ ਉਸਨੂੰ ਅਸੀਂ ਆਪਣੇ ਯੋਗ ਬਣਾਇਆ, ਤਾਂ ਉਹ ਹਰ ਪਦਾਰਥ ਜਿਹੜਾ ਉਹਦੇ ਵਿੱਚ ਸ਼ਾਮਲ ਹੋ ਜਾਏਗਾ। ਤੇ ਹਰ ਬੌਧਿਕ ਵਰਤਾਰਾ, ਬੁੱਧੀ ਤੋਂ ਬਿਨਾਂ ਤਾਂ ਨਹੀਂ, ਮਨੁੱਖ ਨੇ ਫਿਰ ਵੀ ਉਹਦੇ ਉੱਤੇ ਦਿਮਾਗ ਜਿਹੜਾ ਹੈ ਲਾਇਆ। ਇਹ ਸਾਰਾ ਕੁਝ ਸੱਭਿਆਚਾਰ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ। ਕਿਸੇ ਇਤਿਹਾਸਕ ਪੜਾਅ ਦਾ ਅਰਥ ਕੋਈ ਸਥਿਰ ਜਾਂ ਖੜੋਤ ਵਾਲੀ ਅਵਸਥਾ ਨਾ ਮੰਨਿਆ ਜਾਵੇ, ਸਗੋਂ ਸਮੇਂ ਦੀ ਕੋਈ ਐਸੀ ਇਕਾਈ ਲੈ ਲਈ ਜਾਵੇ ਜਿਸ ਦੇ ਦੌਰਾਨ ਪ੍ਰਧਾਨ ਕਦਰਾਂ ਕੀਮਤਾਂ ਕਾਫੀ ਹੱਦ ਤੱਕ ਇੱਕੋ ਹੀ ਰਹਿੰਦੀਆਂ ਹਨ। ਕੋਈ ਇੱਕ ਸਦੀ ਪੀਰੀਅਡ, ਜੇ ਆਪਾਂ ਕਹਿ ਦਈਏ ਕਿ ਮੁਗਲ ਪੀਰੀਅਡ, ਉਹ ਇੱਕ ਪਤਾ ਹੈ ਕਿ ਸਾਨੂੰ ਇੱਕ ਖਾਸ ਕਿਸਮ ਦਾ ਮਾਹੌਲ ਸੀ। ਫਿਰ ਉਸ ਤੋਂ ਬਾਅਦ ਅਸੀਂ ਵੰਡ ਲਾ ਲਈਏ ਅੰਗਰੇਜ਼ੀ ਕਾਲ ਦਾ ਪੀਰੀਅਡ ਜੇ ਲਾ ਲਈਏ, ਤਾਂ ਸਾਨੂੰ ਪਤਾ ਹੈ ਕਿ ਉਸ ਵੇਲੇ ਇਹ ਸੀ। ਇਹ ਨਹੀਂ ਕਿ ਅੱਧਾ ਮੁਗਲ ਲੈ ਲਈਏ ਤਾਂ ਫਿਰ ਉਹ ਚੀਜ਼ ਜਿਹੜੀ ਹੈ ਸਾਨੂੰ ਸਪਸ਼ਟ ਜੀ ਨਜ਼ਰ ਨਹੀਂ ਆਏਗੀ। ਜਿੰਨੀਆਂ ਤਬਦੀਲੀਆਂ ਵੀ ਹੋਣਗੀਆਂ ਉਹ ਵੀ ਸਾਨੂੰ ਸਪਸ਼ਟ ਨਹੀਂ ਨਜ਼ਰ ਆਉਣਗੀਆਂ। ਜਦੋਂ ਅਸੀਂ ਇੱਕ ਪੜਾਅ ਤੋਂ ਦੂਜੇ ਪੜਾਅ 'ਚ ਐਂਟਰ ਕਰਦੇ ਹਾਂ
ਤਾਂ ਇੱਕ ਪੜਾਅ ਨੂੰ ਲੈਣਾ ਜਿਹੜਾ ਹੈ ਉਹਦੇ ਚੋਂ ਸਾਨੂੰ ਜਿਹੜੇ ਫਿਰ ਸਿੱਟੇ ਨੇ ਉਹ ਪਰਪੱਕ ਨਿਕਲਣਗੇ। ਉੱਥੇ ਫਿਰ ਅਸੀਂ ਸੱਭਿਆਚਾਰ ਦੀ ਪਰਿਭਾਸ਼ਾ ਇੱਕ ਚੰਗੀ ਮੈਚਿਓਰ ਪੱਧਰ ਤੇ ਜਿਹੜਾ ਉਹਦੇ ਲੱਛਣ ਨੇ ਜਾਂ ਦੀਆਂ ਵਿਸ਼ੇਸ਼ਤਾਵਾਂ ਨੇ ਉਹਨਾਂ ਨੂੰ ਫੜ ਸਕਦੇ ਹਾਂ। ਇਹ ਕੁਝ ਦਹਾਕਿਆਂ ਤੱਕ, ਕੁਝ ਸਦੀਆਂ ਤੱਕ ਵੀ ਫੈਲਿਆ ਹੋ ਸਕਦਾ ਹੈ। ਇਸ ਤਰ੍ਹਾਂ ਇਸ ਪਰਿਭਾਸ਼ਾ ਵਿੱਚ ਲਗਭਗ ਸਾਰੇ ਤੱਤ ਆ ਜਾਂਦੇ ਨੇ ਜਿਹੜੇ ਸੱਭਿਆਚਾਰ ਵਿੱਚ ਹੋਣੇ ਜ਼ਰੂਰੀ ਨੇ। ਇਸ ਦਾ ਜਟਲ ਅਤੇ ਜੁੱਟ ਸਮੂਹ ਹੋਣਾ, ਇਸ ਦਾ ਮਨੁੱਖੀ ਸਮਾਜ ਦੀ ਵਿਲੱਖਣਤਾ ਹੋਣਾ, ਨਿਸ਼ਚਿਤ ਅਰਥਾਂ ਵਿੱਚ ਇਤਿਹਾਸਕਤਾ, ਇਸ ਵਿੱਚ ਕਦਰਾਂ ਕੀਮਤਾਂ ਦਾ ਕੇਂਦਰੀ ਸਥਾਨ ਹੋਣਾ ਅਤੇ ਇਹਨਾਂ ਕਦਰਾਂ ਕੀਮਤਾਂ ਦੇ ਪ੍ਰਗਟਾਅ ਵੀ ਨਜ਼ਰ ਆਉਣੇ ਚਾਹੀਦੇ ਨੇ। ਖੇਤਰੀ ਮਨੁੱਖੀ ਵਿਵਹਾਰ ਹੋਣਾ, ਪਦਾਰਥਕ ਸਾਡੇ ਕੋਲ ਵਰਤਾਰੇ ਹੋਣੇ, ਸਾਡੇ ਕੋਲ ਬੌਧਿਕ ਵਰਤਾਰੇ, ਇਹ ਸਾਰਾ ਕੁਝ ਸੱਭਿਆਚਾਰ ਦੇ ਵਿੱਚ ਹੀ ਸ਼ਾਮਿਲ ਹੋ ਜਾਂਦਾ ਹੈ। ਅਗਲੇ ਲੈਕਚਰ ਦੇ ਵਿੱਚ ਅਸੀਂ ਸੱਭਿਆਚਾਰ ਦੀਆਂ ਵਿਸ਼ੇਸ਼ਤਾਵਾਂ ਕਰਾਂਗੇ ਜਿਨ੍ਹਾਂ ਨੂੰ ਅਸੀਂ ਲੱਛਣ ਵੀ ਕਹਿੰਦੇ ਹਾਂ। ਇੱਕ ਅਗਲਾ ਟੌਪਿਕ ਹੋਏਗਾ। ਉਮੀਦ ਹੈ ਸਮਝ ਆ ਗਿਆ ਹੋਵੇਗਾ। ਫਿਰ ਵੀ ਜੇ ਕੋਈ ਕੁਐਸਚਨ ਹੈ ਤਾਂ ਮੈਸੇਜ ਕਰ ਸਕਦੇ ਹੋ ਬੇਟੇ। ਥੈਂਕਸ ਅ ਲੋਟ।